सत श्री अकाल जी। मैं है गगनदीप सिंह अनंतपुरी ते तुसी देख रहे हो गुड मॉर्निंग संगत लाइव प्रोग्राम। ये रोजाना का प्रोग्राम होंदा है। ये प्रोग्राम जिहड़ा पंजाब दे नाल लगदे चंडीगढ़ दे विचों जिहड़ा है टैलीकास्ट किया जाता है ते श्रोतिਆਂ ਨੂੰ जिहड़ा इस प्रोग्राम का बड़ी बेसब्री दे नाल इंतजार होंदा ते ਉਹ बेसब्री का जिहड़ा समा आ ਉਹ खत्म हो चुका ते ਅਸੀਂ ਤੁਹਾਡੇ लिए जिहड़ा आ ये प्रोग्राम लैके हाजिर हो गए हैं। इस प्रोग्राम दे विच सेहत संबंधी इतिहास संबंधी घटनावां सरगर्मियां सियासी सरगर्मियां पंजाब दे विच जिहड़ियां भी गतिविधियां हो रही ने उन्हां ते असीं झात मारदे हां ते क्यों ना असीं प्रोग्राम नूं शुरू करिए ते अज दे दिन दी असीं गल करिए जे अज दे दिन जिहड़ा आ बुधवार दा 23 फरवरी 2022 ते 12 फग्गण नानकशाही 553 संमत। तो प्रोग्राम ਨੂੰ शुरू करन तो पहला मैं अपने दर्शकों ਨੂੰ रब वर्गे ਸਰੋਤਿਆਂ ਨੂੰ यही गुजारिश करना चाहांगा कि जिन्हां ने साडे प्रोग्राम दे विच हिस्सा लेना है ਜਾਂ साडे प्रोग्राम दे विच शमूलियत करनी है साडे नाल गलबात करनी है तो स्क्रीन ते दिते नंबरां ते फटाफट कॉल करके साडे नाल जिहड़ा अपने दिल दे वलवले अपने दिल दीयां जिहड़ियां ने तुहाडे मन दे विच जो फुरने फुलदे ने जां इस प्रोग्राम ਨੂੰ ਵਧੀਆ ਬਣਾਉਣ ਲਈ जो भी तुहाडे कोल सुझाव ने ਤੁਸੀਂ ਸਾਡੇ ਨਾਲ ਜਿਹੜਾ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਸਕਦੇ ਹੋ ਤੇ ਇਸ ਪ੍ਰੋਗਰਾਮ ਦੀ ਜਿਹੜੀ ਆ ਰੌਣਕ ਵਧਾ ਸਕਦੇ ਹੋ। ਤੇ ਆਓ ਜਿਹੜਾ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅਸੀਂ ਦੇਖਦੇ ਹੁੰਨੇ ਆ ਕਿ ਸਿਹਤ ਸੰਬੰਧੀ क्योंकि जान है तो जहान है। जे साडा शरीर तंदुरुस्त होएगा तां ही असीं जिहड़ा आ मिलवर्तन सही कर सकांगे संसार नूं वधिया चला सकांगे घर परिवार जिहड़ा आ साडा वधिया चल सकेगा या ऑफिस दे विच भी असीं जिहड़ा आ वधिया विचर सकांगे। क्यों ना असीं शुरुआत करिए अज दे दिन दी जिहड़ा आ असीं सेहत हैल्थ टिप्स तो जां देसी नुस्खिਆਂ तो अज दे सानूं इस वीडियो दे विच सानूं की जिहड़ा आ वो इस तरह दा देसी नुस्खा जिहड़ा आ देखण नूं मिलेगा जिन्हों असीं जिहड़ा अपनी जिंदगी दे विच अप्लाई करके जिहड़ा आ कुछ ना कुछ जिहड़े छोटे मोटे रोग ने घरेलू रोग ने असीं उन्हां नूं दूर करांगे। ते अज दा जिहड़ा हैल्थ पैकेज है साडा वो है जॉइंट्स पेन दर्द चाहे कोई भी होए चाहे सिर दा दर्द होवे बदन दे विच दर्द होवे पेट दे विच दर्द होवे जां किसी भी तरह दा दर्द होवे दर्द आखिर दर्द ही हुंदा है। ते आओ देखते हैं असीं अज दे वीडियो च। ते दर्शकों लओ हुण सुनो सेहत संबंधी जानकारी। ਅੱਡੀਆਂ ਵਿੱਚ ਦਰਦ ਹੋਣਾ ਆਮ ਗੱਲ ਹੈ ਪਰ ਇਹ ਜ਼ਿਆਦਾਤਰ ਔਰਤਾਂ ਨੂੰ ਹੁੰਦਾ ਹੈ। ਜ਼ਿਆਦਾ ਦੇਰ ਤੱਕ ਖੜੇ ਰਹਿਣ, ਪੈਰ ਵਿੱਚ ਮੋਚ ਆਉਣਾ, ਟਾਈਟ ਫੁੱਟਵੇਅਰ ਪਹਿਨਣਾ, ਨੀਂਦ ਦੀਆਂ ਗੋਲੀਆਂ ਦੀ ਜ਼ਿਆਦਾ ਵਰਤੋਂ ਕਰਨਾ, ਸ਼ੂਗਰ ਜਾਂ ਫਿਰ ਮੋਟਾਪਾ, ਸਰੀਰ ਵਿੱਚ ਪੋਸ਼ਕ ਤੱਤਾਂ ਦੀ ਘਾਟ, ਪੈਰ ਦੀ ਹੱਡੀ ਵੱਜ ਜਾਣ ਆਦਿ ਕਾਰਨਾਂ ਕਰਕੇ ਅੱਡੀਆਂ ਵਿੱਚ ਦਰਦ ਹੁੰਦਾ ਹੈ। ਅੱਡੀਆਂ ਵਿੱਚ ਦਰਦ ਹੋਣ ਨਾਲ ਇਨਸਾਨ ਨੂੰ ਚੱਲਣ ਫਿਰਨ ਵਿੱਚ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ਦਰਦ ਤੋਂ ਛੁਟਕਾਰਾ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਹਰ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਖਾਣ ਨਾਲ ਸਰੀਰ ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੇ ਵਿੱਚ ਕੁਝ ਘਰੇਲੂ ਨੁਸਖੇ ਅਪਣਾ ਕੇ ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਦੇ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਹਨਾਂ ਬਾਰੇ। ਤੌਲੀਏ ਦੀ ਵਰਤੋਂ ਨਾਲ ਸਭ ਤੋਂ ਪਹਿਲਾਂ ਤੌਲੀਏ ਨੂੰ ਮੋੜ ਕੇ ਆਪਣੀਆਂ ਤਲੀਆਂ ਦੇ ਥੱਲੇ ਰੱਖੋ। ਫਿਰ ਅੱਡੀਆਂ ਨੂੰ ਉੱਪਰ ਵਾਲੀ ਸਾਈਡ ਚੁੱਕੋ ਤੇ ਫਿਰ ਫੁੱਟ ਨੂੰ ਸਟ੍ਰੈਚ ਕਰੋ। ਇਸ ਪੋਜੀਸ਼ਨ ਵਿੱਚ ਕਰੀਬ 15 ਤੋਂ 30 ਸਕਿੰਟ ਲਈ ਬਣਾਈ ਰੱਖੋ। ਅਜਿਹੇ ਵਿੱਚ ਇਹ ਪ੍ਰਕਿਰਿਆ ਦੂਜੇ ਪੈਰ ਨਾਲ ਦੁਹਰਾਓ। ਅਜਿਹਾ ਕਰਨ ਨਾਲ ਕੁਝ ਹੀ ਸਮੇਂ ਵਿੱਚ ਅੱਡੀਆਂ ਦਾ ਦਰਦ ਦੂਰ ਹੋ ਜਾਵੇਗਾ। ਐਲੋਵੇਰਾ ਅੱਡੀਆਂ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਹੀ ਕਾਰਗਰ ਹੈ। ਦਰਦ ਤੋਂ ਰਾਹਤ ਪਾਉਣ ਲਈ 50 ਗ੍ਰਾਮ ਐਲੋਵੇਰਾ ਨੂੰ ਛਿੱਲ ਕੇ ਇਸ ਦੀ ਵਰਤੋਂ ਕਰੋ। ਹਲਦੀ ਵਿੱਚ ਮੌਜੂਦ ਗੁਣ ਕਿਸੇ ਵੀ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ। ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਦੁੱਧ ਵਿੱਚ ਅੱਧਾ ਚਮਚਾ ਹਲਦੀ ਤੇ ਸ਼ਹਿਦ ਮਿਲਾ ਕੇ ਪਾਓ। ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਕੁਝ ਦਿਨਾਂ ਵਿੱਚ ਦਰਦ ਤੋਂ ਰਾਹਤ ਮਿਲਦੀ ਹੈ ਪਰ ਧਿਆਨ ਰੱਖੋ ਕਿ ਹਲਦੀ ਗਰਮ ਹੁੰਦੀ ਹੈ ਇਸ ਲਈ ਗਰਮੀਆਂ 'ਚ ਇਸ ਦੀ ਵਰਤੋਂ ਘੱਟ ਕਰੋ। ਲੇਪ ਦਰਦ ਨੂੰ ਦੂਰ ਭਜਾਉਣ ਲਈ ਗੰਢੇ, ਨਿੰਬੂ ਤੇ ਨਮਕ ਦੀ ਇੱਕ ਪੇਸਟ ਬਣਾਓ। ਇਸ ਪੇਸਟ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਤੇ ਲਗਾਓ। ਸਵੇਰੇ ਉੱਠ ਕੇ ਇਸ ਨੂੰ ਧੋ ਲਓ ਤੇ ਕੁਝ ਹੀ ਦਿਨਾਂ 'ਚ ਇਸ ਤੋਂ ਰਾਹਤ ਮਿਲੇਗੀ। ਤੁਸੀਂ ਸੁਣ ਰਹੇ ਸੀ ਸਿਹਤ ਸੰਬੰਧੀ। ਜੋੜਾਂ ਦੇ ਦਰਦ ਨੂੰ ਅਸੀਂ ਘਰੇਲੂ ਨੁਸਖਿਆਂ ਦੇ ਨਾਲ ਘਰੇਲੂ ਛੋਟੇ ਛੋਟੇ ਉਪਚਾਰਾਂ ਦੇ ਨਾਲ ਜਿਹੜਾ ਅਸੀਂ ਦੂਰ ਕਰ ਸਕਦੇ ਹਾਂ ਤੇ ਇਸ ਉੱਤੇ ਜਿਹੜਾ ਆ ਜ਼ਿਆਦਾ ਚਿੰਤਾ ਕਰਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਦਰਦ ਛੋਟੇ ਮੋਟੇ ਹੁੰਦੇ ਨੇ। ਜੇ ਤੁਹਾਨੂੰ ਦਰਦ ਜ਼ਿਆਦਾ ਲੱਗਦਾ ਹੈ ਤਾਂ ਤੁਸੀਂ ਜਿਹੜਾ ਡਾਕਟਰ ਦੇ ਨਾਲ ਕੰਸਲਟ ਕਰ ਸਕਦੇ ਹੋ ਤੇ ਉਹ ਤੁਹਾਨੂੰ ਜਿਹੜਾ ਆ ਇਸ ਦੇ ਸੰਬੰਧੀ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਸਮਝਾਉਣਗੇ ਤੇ ਇਸ ਦਾ ਜਿਹੜਾ ਟ੍ਰੀਟਮੈਂਟ ਜਿਹੜਾ ਆ ਉਹ ਚੱਲਦਾ ਰਹੇਗਾ। ਕੋਈ ਵੀ ਇਸੇ ਤਰ੍ਹਾਂ ਦਾ ਜਿਹੜਾ ਆ ਰੋਗ ਨਹੀਂ ਹੁੰਦਾ ਜਿਹੜਾ ਅੱਜ ਕੱਲ੍ਹ ਦੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜਿਹੜਾ ਆ ਉਹ ਤੁਹਾਡੇ ਸਰੀਰ 'ਚ ਰਹਿ ਸਕੇ। ਕਿਤੇ ਨਾ ਕਿਤੇ ਉਸ ਦਾ ਹੱਲ
ਵਿਗਿਆਨਿਕ ਜਿਹੜੇ ਨੇ ਉਹ ਕੱਢਣ ਲਈ ਬੈਠੇ ਨੇ, ਖੋਜਾਂ ਚੱਲਦੀਆਂ ਨੇ ਲਗਾਤਾਰ। ਇਸੇ ਕਰਕੇ ਜਿਹੜਾ ਹੈ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਤਰੋ-ਤਾਜ਼ਾ ਕਰਕੇ, ਆਪਣੇ ਮਾਈਂਡ ਨੂੰ ਫਰੈਸ਼ ਕਰਕੇ ਤੇ ਚਿੰਤਾਵਾਂ ਤੋਂ ਮੁਕਤ ਹੋ ਕੇ ਜਿਹੜਾ ਆ ਸਾਨੂੰ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਇਸੇ ਕਰਕੇ ਕਿ ਅਸੀਂ ਕਿਸੇ ਦੀ ਰਾਹ ਦੇ ਵਿੱਚ ਰੁਕਾਵਟ ਨਾ ਬਣੀਏ, ਅਸੀਂ ਇਸੇ ਤਰ੍ਹਾਂ ਜ਼ਿੰਦਗੀ ਸਪੈਂਡ ਕਰਨੀ ਹੈ ਕਿ ਅਸੀਂ ਜ਼ਿੰਦਗੀ ਕਿਸੇ ਦੇ ਲਈ ਸੁਖਾਲੀ ਕਰ ਸਕੀਏ। ਤੇ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਦਾ ਇੱਕ ਮੈਸੇਜ ਵੀ ਕਹਿ ਲਓ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਦਾ ਵਿਚਾਰ ਵੀ ਆ ਇਹ ਕਿ ਸਾਨੂੰ ਜਿਹੜੀ ਜ਼ਿੰਦਗੀ ਆ ਕਿਸੇ ਦੀ ਸੁਖਾਲੇ ਵਾਸਤੇ ਜਿਹੜਾ ਆ ਉਹ ਜਿਉਣੀ ਚਾਹੀਦੀ ਆ, ਨਾ ਕਿ ਕਿਸੇ ਦੀ ਰਾਹ ਦੇ ਵਿੱਚ ਰੁਕਾਵਟ ਬਣ ਕੇ। ਤੇ ਮੈਂ ਗੱਲਾਂ ਦੇ ਵਿੱਚ ਹਮੇਸ਼ਾ ਵਾਂਗੂ ਭੁੱਲ ਹੀ ਜਾਣਾ ਕਿ ਇਸ ਸਟੂਡੀਓ ਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਰੂਹੀ ਗਰੋਵਰ ਜੀ ਵੀ ਨੇ। ਆਓ ਅਸੀਂ ਉਹਨਾਂ ਦੇ ਨਾਲ ਜਿਹੜਾ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਵਧਦੇ ਹਾਂ ਅਸੀਂ ਅਗਲੇ ਪ੍ਰੋਗਰਾਮ ਇਤਿਹਾਸ ਵੱਲ। ਜੀ ਗੁੱਡ ਮਾਰਨਿੰਗ ਸੰਗਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ, ਲੇਕਿਨ ਉਸ ਤੋਂ ਪਹਿਲਾਂ ਜਿਵੇਂ ਹਮੇਸ਼ਾ ਅਸੀਂ ਤੁਹਾਨੂੰ ਦੱਸਦੇ ਹਾਂ, ਕਹਿੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਇੱਥੇ ਪ੍ਰੋਗਰਾਮ ਵਿੱਚ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਨੇ, ਜਾਂ ਫਿਰ ਕੋਈ ਇਹੋ ਜਿਹੀ ਇਨਫੋਰਮੇਸ਼ਨ ਜੋ ਸਾਡੇ ਤੋਂ ਮਿਸ ਹੋ ਗਈ ਹੋਵੇ ਉਹਨੂੰ ਕੰਪਲੀਟ ਕਰਨਾ ਚਾਹੁੰਦੇ, ਪੂਰਾ ਕਰਨਾ ਚਾਹੁੰਦੇ ਹੋ, ਤਾਂ ਥੱਲੇ ਸਕਰੀਨ ਤੇ ਅਸੀਂ ਨੰਬਰ ਦਿੱਤੇ ਹੋਏ ਨੇ, ਤੁਸੀਂ ਸਾਨੂੰ ਉੱਥੇ ਕੰਟੈਕਟ ਕਰ ਸਕਦੇ ਹੋ। ਤੇ ਗਗਨਦੀਪ ਜੀ, ਹੁਣ ਸਾਡਾ ਜਿਹੜਾ ਅਗਲਾ ਸੈਗਮੈਂਟ ਹੈ ਇਤਿਹਾਸ ਦਾ, ਉਹਦੇ ਵੱਲ ਵਧਦੇ ਹਾਂ। ਹਾਂਜੀ ਰੋਹਿਤ ਜੀ, ਅਸੀਂ ਜੇ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਜਿਹੜੇ ਸਿੱਖਾਂ ਦੇ ਪਹਿਲੇ ਗੁਰੂ ਸੀ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿੱਖੀ ਦੀ ਨੀਂਹ ਰੱਖਣ ਵਾਲੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਕਈ ਕਰਮ ਕਾਂਡਾਂ ਨੂੰ ਜਿਹੜਾ ਆ ਨਕਾਰਿਆ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਇਸ ਜ਼ਿੰਦਗੀ ਦੇ ਵਿੱਚ, ਫਿਰ ਵੀ ਅਸੀਂ ਉਹਨਾਂ ਕਰਮ ਕਾਂਡਾਂ ਨੂੰ ਜਿਹੜਾ ਲਗਾਤਾਰ ਕਰਦੇ ਰਹਿੰਦੇ ਹਾਂ ਤੇ ਉਹਨਾਂ ਨੂੰ ਜਿਹੜਾ ਆ ਦੂਰ ਕਰਨ ਲਈ, ਇੱਕ ਸੱਚਾ ਮਾਰਗ ਦੱਸਣ ਲਈ, ਇੱਕ ਦੀ ਹੋਂਦ ਨੂੰ ਦੱਸਣ ਦੇ ਲਈ ਜਿਹੜਾ ਆ ਗੁਰੂ ਨਾਨਕ ਦੇਵ ਜੀ ਨੇ ਇਸ ਜਿਹੜਾ ਆ ਦੁਨੀਆ ਤੇ ਜਿਹੜਾ ਆ ਜਨਮ ਲਿਆ, ਜਾਂ ਇਸੇ ਕਹਿ ਸਕਦੇ ਆ ਕਿ ਜਿਹੜਾ ਕਲਯੁਗ ਦੇ ਵਿੱਚ ਜਿਹੜੇ ਜੀਵ ਫਸੇ ਨੇ ਉਹਨਾਂ ਦਾ ਉਧਾਰ ਕਰਨ ਲਈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਇੱਥੇ ਜਨਮ ਲਿਆ। ਇਹ ਨਹੀਂ ਹੈ ਕਿ ਉਹ ਆਪਣੇ ਨਗਰ ਦੇ ਵਿੱਚ ਰਹਿ ਕੇ ਜਿਹੜਾ ਆ ਉਹਨਾਂ ਨੇ ਆਪਣਾ ਜਿਹੜਾ ਆ ਇੱਕ ਅਕਾਲ ਪੁਰਖ ਦੀ ਹੋਂਦ ਦਾ ਪ੍ਰਚਾਰ ਕੀਤਾ ਆ, ਆਪਸੀ ਭਾਈਚਾਰੇ ਨੂੰ ਸਹੀ ਰੱਖਣ ਦੀ ਜਿਹੜੀ ਆ ਗੱਲ ਕੀਤੀ ਆ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿਰਫ ਇੱਕ ਫਿਰਕੇ ਨੂੰ ਨਹੀਂ ਜਿਹੜਾ ਆ ਇਹ ਉਪਦੇਸ਼ ਹੈ, ਇਹ ਚਾਰ ਵਰਨ ਜਿਹੜੇ ਨੇ, ਚਾਰ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਚਾਰ ਧਰਮਾਂ ਦੇ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਹੈ ਸਾਂਝਾ ਉਪਦੇਸ਼ ਦਿੱਤਾ ਹੈ ਕਿ ਪਰਮਾਤਮਾ ਇੱਕ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦੀ ਜਿਹੜੀ ਆ ਇਹ ਸਿਧਾਂਤ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਆ ਇਹ ਚੱਲਦੇ ਨੇ। ਤੇ ਉਸੇ ਨੀਂਹ ਦੇ ਉੱਤੇ ਜਿਹੜਾ ਇੱਕ ਮਕਾਨ ਉਸਰਿਆ ਸਿੱਖੀ ਦਾ, ਜਿਸ ਨੂੰ ਅਸੀਂ ਸਿੱਖ ਪੰਥ ਕਹਿੰਦੇ ਹਾਂ ਜਾਂ ਸਿੱਖੀ ਕਹਿੰਦੇ ਹਾਂ, 10ਵੇਂ ਜਾਮੇ ਤੱਕ ਜਿਹੜਾ ਆ ਇਉਂ ਬਰਕਰਾਰ ਰਿਹਾ। ਉਸ ਤੋਂ ਬਾਅਦ ਜਦੋਂ ਜ਼ਰੂਰਤ ਪਈ ਕਿ ਹੁਣ ਜਿਹੜਾ ਆ ਲੋਕਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਜਿਹੜਾ ਪਰਮਾਤਮਾ ਇੱਕ ਹੈ, ਜਾਂ ਪਰਮਾਤਮਾ ਨੂੰ ਕਿਸ ਤਰ੍ਹਾਂ ਸਿਮਰਨਾ ਚਾਹੀਦਾ ਆ, ਪਰਮਾਤਮਾ ਦੀ ਕਿਵੇਂ ਉਸਤਤ ਕਰਨੀ ਚਾਹੀਦੀ ਆ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜਾ ਆ ਇਹ ਇੱਕੋ ਦਾ ਉਪਦੇਸ਼ ਜਿਹੜਾ ਆ ਉਹ ਚੱਲਦਾ ਰਿਹਾ। ਤੇ ਉਸ ਤੋਂ ਬਾਅਦ ਚੋਂ ਜਿਹੜਾ ਆ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਗੁਰੂ ਨਾਨਕ ਦੀ 10ਵੀਂ ਜੋਤ ਮੰਨੇ ਜਾਣ ਵਾਲੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਆ ਉਹ ਸਮੁੱਚੇ ਜਿਹੜਾ ਆ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜਾ ਆ ਜੋੜ ਕੇ ਤੇ ਉਹਨਾਂ ਨੂੰ ਗੁਰਤਾ ਗੱਦੀ ਸਥਾਪਿਤ ਕਰਕੇ ਜਿਹੜਾ ਆ ਉਹ ਇਸ ਦੁਨੀਆ ਤੋਂ ਜਿਹੜਾ ਰੁਖਸਤ ਹੋ ਗਏ। ਪਰ ਜੇ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੇ ਅਸੀਂ 10 ਗੁਰਾਂ ਦੇ ਦਰਸ਼ਨ ਕਰਨੇ ਹੋਣ ਤਾਂ ਅਸੀਂ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਜਿਹੜਾ ਆ ਉਹ ਅਸੀਂ ਉਹਨਾਂ ਦੇ ਵਿੱਚ ਦਰਸ਼ਨ ਕਰ ਸਕਦੇ ਹਾਂ। ਤੇ ਇੱਕ ਜਿਹੜੀ ਨਾਰਮਲ ਜੀ ਗੱਲ ਹੈ, ਅਸੀਂ ਦੇਖਦੇ ਹਾਂ ਕਿ ਜੇ ਸਾਨੂੰ ਜੀ ਕਰਦਾ ਹੈ ਕਿ ਹਾਂ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਦੇਖੀਏ, ਗੁਰੂ ਅੰਗਦ ਦੇਵ ਜੀ ਨੂੰ ਦੇਖੀਏ, ਗੁਰੂ ਅਰਜਨ ਦੇਵ ਜੀ ਨੂੰ, ਪਰ ਸਾਡੇ ਕੋਲ ਜਿਹੜੀਆਂ ਨੇ ਪੇਂਟਰਾਂ ਵੱਲੋਂ, ਚਿੱਤਰਕਾਰਾਂ ਵੱਲੋਂ ਜਿਹੜੀਆਂ ਕਾਲਪਨਿਕ ਜਿਹੜੀਆਂ ਫੋਟੋਆਂ ਬਣਾਈਆਂ, ਅਸੀਂ ਉਹਨਾਂ ਨੂੰ ਜਿਹੜਾ ਆ ਉਹ ਦੇਖ ਕੇ ਜਿਹੜਾ ਆ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਆ ਅਸੀਂ ਗੁਰੂ ਸਾਹਿਬਾਂ ਦੇ ਦਰਸ਼ਨ ਕਰ ਲਏ। ਪਰ ਇੱਦਾਂ ਨਹੀਂ। ਤੇ ਜਦੋਂ ਵੀ ਅਸੀਂ ਜਿਹੜਾ ਆ ਉਹ ਦਰਸ਼ਨ ਕਰਨੇ ਆ ਗੁਰੂ ਸਾਹਿਬ ਦੇ, ਚਾਹੇ ਅਸੀਂ ਸਿੰਘਾਂ ਸ਼ਹੀਦਾਂ ਦੇ ਜਿਹੜੇ ਇਸ ਸ਼ਹਾਦਤ ਜਿਹੜਾ ਆ ਸਿੱਖੀ ਦੇ ਬੂਟੇ ਨੂੰ ਜਿਹੜਾ ਆ ਵੱਡਾ ਹੋਣ ਲਈ ਜਾਂ ਉਹਨੂੰ ਪੁੰਗਰਨ ਦੇ ਲਈ ਜਿਹੜੀਆਂ ਸ਼ਹਾਦਤਾਂ ਦੇ ਕੇ ਗਏ ਨੇ, ਆਪਣੇ ਖੂਨ ਨੂੰ ਜਿਹੜਾ ਆ ਇਸ ਸਿੱਖੀ ਨੂੰ ਸਿੰਚੇ ਗਏ ਨੇ, ਜੇ ਅਸੀਂ ਉਹਨਾਂ ਦੇ ਦਰਸ਼ਨ ਕਰ ਰਹੇ ਹੋਣ ਤਾਂ ਅਸੀਂ ਗੁਰਬਾਣੀ ਪੜ੍ਹ ਕੇ ਜਾਂ ਰੂਹੀ ਜੀ ਜਿਹੜਾ ਆ ਅਸੀਂ ਕਰ ਸਕਦੇ ਹਾਂ। ਇਸੇ ਕਰਕੇ ਜਿਹੜਾ ਆ ਅਰਦਾਸ ਦੇ ਵਿੱਚ 10 ਗੁਰਾਂ ਦੀ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ, ਤੇ ਜੇ ਅਸੀਂ ਕਹੀਏ ਕਿ ਹਾਂ ਸਿਰਫ ਅਸੀਂ ਜਾ ਕੇ ਗੁਰਦੁਆਰੇ ਮੱਥਾ ਟੇਕਿਆ ਤੇ ਸਾਨੂੰ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ, ਦਰਸ਼ਨ
ਇਸ ਤਰ੍ਹਾਂ ਵੀ ਹੋ ਸਕਦੇ ਨੇ, ਪਰ ਸਾਡੇ ਜਿਹੜੇ ਨੇ ਸਾਡੇ ਭਾਗ ਚੰਗੇ ਹੋਣੇ ਚਾਹੀਦੇ ਨੇ, ਜਾਂ ਸਾਨੂੰ ਇਹ ਲਾਜ਼ਮੀ ਕੀਤਾ ਹੈ ਕਿ ਸਵੇਰੇ ਜਿਹੜਾ ਇੱਕ ਸਿੱਖ ਨੂੰ ਨਿਤਨੇਮ ਜ਼ਰੂਰੀ ਹੈ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਤੇ ਸੌਣ ਵੇਲੇ ਜਿਹੜਾ ਆ ਉਹ ਕੀਰਤਨ ਸੋਹਲਾ ਸਾਹਿਬ ਦਾ ਪਾਠ ਕਰਨਾ ਜ਼ਰੂਰੀ ਹੈ, ਕਿਉਂਕਿ ਇੱਕੋ ਇੱਕ ਇਹੀ ਰਸਤਾ ਆ ਜਿਹੜਾ ਆ ਪਰਮਾਤਮਾ ਦੇ ਨਾਲ, ਜਿਹੜੀ ਆਤਮਾ ਆ ਉਹ ਪਰਮਾਤਮਾ ਦੇ ਨਾਲ ਜਿਹੜਾ ਆ ਉਹਦਾ ਮੇਲ ਹੋ ਸਕਦਾ ਹੈ। ਇਸ ਤੋਂ ਸਿਵਾ ਬਾਕੀ ਸਾਰੇ ਕਹਿੰਦੇ ਨੇ, ਚਾਹੇ ਜੋਗੀ ਨੇ, ਜੰਗਮ ਨੇ, ਸਿੱਧ ਨੇ, ਪੀਰ ਨੇ, ਸਾਰੇ ਕਹਿੰਦੇ ਨੇ ਕਿ ਅਸੀਂ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਕੀਤੀ ਹੈ, ਬਟ ਇਸ ਤਰ੍ਹਾਂ ਤੋਂ ਸਿਵਾ ਕੋਈ ਹੋਰ ਰਾਹ ਨਹੀਂ ਹੈਗਾ, ਜਾਂ ਹੋਰ ਰਾਹ ਹੋਣਗੇ ਵੀ ਘੁੰਮ ਘੁਮਾ ਕੇ ਜਾਣਗੇ, ਜਿਨ੍ਹਾਂ ਵਿੱਚ ਕਈ ਮੁਸ਼ਕਲਾਂ ਹੋਣਗੀਆਂ, ਕਈ ਔਖੇ ਰਸਤੇ ਹੋਣਗੇ, ਤੇ ਜਿਹੜਾ ਇੱਕੋ ਇੱਕ ਜਿਹੜਾ ਸਿੱਧਾ ਰਸਤਾ ਆ ਜਿਹੜਾ ਪਰਮਾਤਮਾ ਦੀ ਉਸਤਤ ਜਿਹੜਾ ਆ ਕਰਨ ਦਾ ਆ, ਤੇ ਪਰਮਾਤਮਾ ਨੂੰ ਜਿਹੜਾ ਆ ਆਪਣੀ ਆਤਮਾ ਦੇ ਨਾਲ ਮਿਲਣ ਦਾ ਇੱਕੋ ਇੱਕ ਇਹ ਮੌਕਾ ਆ ਕਿ ਅਸੀਂ ਗੁਰਬਾਣੀ ਦੇ ਲੜ ਲੱਗੀਏ, ਗੁਰਮਤ ਅਨੁਸਾਰ ਜਿਹੜਾ ਆ ਆਪਣਾ ਜੀਵਨ ਬਤੀਤ ਕਰੀਏ, ਤੇ ਚੰਗੇ ਕਰਮ ਵੀ ਕਰੀਏ ਨਾਲ। ਹਾਂਜੀ, ਨਾਲ ਚੰਗੇ ਕਰਮ ਕਰੀਏ, ਗੁਰੂ ਘਰ ਦੀ ਸੇਵਾ ਕਰੀਏ, ਤੇ ਗੁਰੂ ਘਰ ਜਾ ਕੇ ਨਾਮ ਜਪੀਏ। ਅਸੀਂ ਸੱਚੇ ਮਾਰਗ ਤੇ ਚੱਲਦੇ ਹਾਂ ਤੇ ਦੂਸਰਿਆਂ ਨੂੰ ਵੀ ਜਿਹੜਾ ਆ ਉਹ ਸੱਚੇ ਮਾਰਗ ਤੇ ਚੱਲਣ ਦੀ ਗੱਲ ਕਰੀਏ, ਤੇ ਜਿਹੜਾ ਆ ਗੁਰੂ ਘਰ ਦਾ ਪ੍ਰਚਾਰ ਕਰੀਏ। ਹਾਂਜੀ, ਸਾਡੇ ਨਾਲ ਜਿਹੜੇ ਕਾਲਰ ਕਾਲ ਤੇ ਨੇ ਜੀ, ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਹੈਲੋ ਬੀਬਾ ਗਰੋਵਰ ਜੀ, ਤੁਹਾਨੂੰ ਤੇ ਗਗਨਦੀਪ ਸਿੰਘ ਜੀ, ਤੁਹਾਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੋਗਲ ਸਾਹਿਬ ਜੀ, ਬਹੁਤ ਬਹੁਤ ਚੜ੍ਹਦੀ ਕਲਾ ਜੀ। ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਗੈਰ ਹਾਜ਼ਰ ਦੇਖਦੇ ਸੀ ਇੱਕ ਦੋ ਦਿਨਾਂ ਤੋਂ, ਤੇ ਉਸ ਤੋਂ ਬਾਅਦ ਅਸੀਂ ਗੱਲ ਵੀ ਕਰਦੇ ਸੀ, ਭੋਗਲ ਸਾਹਿਬ ਨਹੀਂ ਆਏ ਅੱਜ। ਹਾਂਜੀ, ਕੋਈ ਗੱਲ ਨਹੀਂ। ਮੈਂ ਗੈਰ ਹਾਜ਼ਰੀ ਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੇਰੇ ਥੱਲੇ ਦਾ ਜਿਹੜੇ ਨੇ ਉਹ ਦੰਦ ਕੱਢੇ ਗਏ ਨੇ, ਥੱਲੇ ਦਾ ਜਵਾੜਾ ਸਾਰਾ ਖਾਲੀ, ਤੇ ਉੱਥੇ ਡੈਂਚਰ ਲੱਗੇ ਨੇ, ਤੇ ਹਜੇ ਥੋੜਾ ਦਰਦ ਕਰ ਰਹੇ ਨੇ, ਤੇ ਹਜੇ ਬੋਲਿਆ ਨਹੀਂ ਜਾਂਦਾ, ਖਾਦਾ ਨਹੀਂ ਜਾਂਦਾ ਚੰਗੀ ਤਰ੍ਹਾਂ। ਠੀਕ ਹੈ ਜੀ। ਅਸੀਂ ਤੁਹਾਡੀ ਸਿਹਤ ਯਾਬੀ ਵਾਸਤੇ ਜਿਹੜਾ ਆ ਤੁਹਾਡੀ ਜਿਹੜੀਆਂ ਦੇਰ ਰੋਗਾਂ ਲਈ ਅਸੀਂ ਅਰਦਾਸ ਕਰਾਂਗੇ। ਹਾਜ਼ਰੀ ਭਰਨ ਦੀ ਅੰਦਰ ਚਾਹ ਰਹਿੰਦੀ ਆ, ਹਾਂਜੀ, ਇੱਛਾ ਬਣੀ ਰਹਿੰਦੀ ਆ। ਹਾਂਜੀ, ਤੇ ਇਸੇ ਕਰਕੇ ਗਗਨਦੀਪ ਜੀ ਤੁਹਾਡੇ ਪ੍ਰੋਗਰਾਮ 'ਚ ਮੈਂ ਹਾਜ਼ਰੀ ਭਰਨ ਲੱਗਾ। ਬੀਬਾ ਗਰੋਵਰ ਜੀ, ਤੇ ਤੁਸੀਂ ਗੱਲ ਸ਼ੁਰੂ ਕੀਤੀ ਸੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਤੋਂ। ਹਾਂਜੀ, ਹਾਂਜੀ। ਗੁਰੂ ਨਾਨਕ, ਦੇਖੋ ਧਰਮ ਬਹੁਤ ਭੁਲੇਖਾ ਪੈ ਜਾਂਦਾ ਆਮ ਤੁਹਾਨੂੰ ਤੁਸੀਂ ਵੀ ਦੁਨੀਆ 'ਚ ਵਿਚਰਦੇ ਆ, ਅਸੀਂ ਸਾਰੇ ਦੁਨੀਆ 'ਚ ਵਿਚਰਦੇ ਆ, ਜਿਹੜੇ ਘਰ ਬੈਠੇ ਸਰੋਤੇ ਦਰਸ਼ਕ ਦੇਖ ਰਹੇ ਨੇ ਉਹ ਵੀ ਦੁਨੀਆ 'ਚ ਵਿਚਰ ਰਹੇ ਨੇ। ਆਖਰ ਇੱਕ ਦੂਜੇ ਤੇ ਗੱਲਾਂ ਹੁੰਦੀਆਂ ਨੇ, ਧਰਮ ਯਾਰ ਧਰਮੀ ਬੰਦਾ ਔਰ ਨਹੀਂ ਧਰਮੀ ਬੰਦਾ। ਦਰਅਸਲ ਧਰਮ ਦਾ ਮਾਰਗ ਤੇ ਰਸਤਾ ਕਹਿ ਲਈਏ। ਧਰਮ ਮੈਨੇ ਹੁੰਦਾ ਰਾਹ, ਰਸਤਾ ਜਾਂ ਮਾਰਗ, ਜਿਸ ਰਸਤੇ ਤੇ ਚੱਲ ਕੇ, ਜਿਸ ਮਾਰਗ ਤੇ ਚੱਲ ਕੇ ਸੱਚੇ ਨਾਲ ਜੁੜਨਾ ਹੁੰਦਾ, ਸੱਚ ਨਾਲ ਜੁੜਨਾ ਹੁੰਦਾ। ਬਿਲਕੁਲ ਜੀ। ਤੇ ਇਸੇ ਕਰਕੇ ਗੁਰੂ ਨਾਨਕ ਜਿੰਨਾ ਕੁ ਮੈਂ ਪੜ੍ਹੇ ਨੇ, ਇਤਿਹਾਸ ਪੜ੍ਹਿਆ ਗਗਨਦੀਪ ਜੀ ਸਿੰਘ ਜੀ, ਹਾਂਜੀ, ਜਿਹੜੇ ਜਿਵੇਂ ਭਾਰਤ ਦੀ ਧਰਤੀ ਤੇ ਜਿਹੜੇ ਆਪਣੇ ਧਾਰਮਿਕ ਗ੍ਰੰਥ ਨੇ, 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, 27 ਸਮ੍ਰਿਤੀਆਂ ਨੇ, ਤੇ ਆਪਣੇ ਗੀਤਾ ਹੈ, ਕੁਰਾਨ, ਆਪਣੇ ਪੁਰਾਣ ਨੇ, ਤੇ ਬਹੁਤ ਗ੍ਰੰਥ ਨੇ ਜਿੰਨਾ ਕੁ ਮੇਰੇ ਹੱਥ ਲੱਗਿਆ ਮੈਂ ਪੜ੍ਹਿਆ। ਉਹਨਾਂ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਮੇਰੀ ਗਲਤੀ ਨਹੀਂ ਹੋ ਸਕਦੀ, ਮੈਂ ਭੁੱਲ ਨਹੀਂ ਸਕਦਾ, ਕਿਉਂਕਿ ਉਮਰ ਦੇ ਹਿਸਾਬ ਨਾਲ ਗੱਲਾਂ ਭੁੱਲ ਵੀ ਜਾਂਦੀਆਂ ਨੇ। ਉਹਨਾਂ ਦੇ ਵਿੱਚ ਮੈਂ ਇਹ ਪੜ੍ਹਿਆ, ਤੇ ਮੈਂ ਆਪਣੇ ਬੀਬਾ ਗਰੋਵਰ ਜੀ, ਤੁਸੀਂ ਬੇਸ਼ੱਕ ਕਮੈਂਟ ਕਰਦੇ ਹੋ ਮੇਰੇ ਤੋਂ ਬਾਅਦ, ਉਹਨਾਂ ਧਰਮ ਗ੍ਰੰਥਾਂ ਦੇ ਵਿੱਚ ਮੇਰੀ ਨਜ਼ਰ ਵਿੱਚ ਪੜ੍ਹਨ ਵਿੱਚ ਆਇਆ ਕਿ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਸਤਯੁਗ ਦੀ ਉਮਰ 17.5 ਲੱਖ ਵਰੇ ਦੱਸਿਆ ਗਿਆ, ਤੇ ਉਹ ਤੋਂ ਬਾਅਦ ਤ੍ਰੇਤਾ ਆਉਂਦਾ, ਤ੍ਰੇਤੇ ਦੇ ਵਿੱਚ 15.5 ਲੱਖ ਦੱਸਿਆ ਗਿਆ, ਫਿਰ ਆਉਂਦਾ ਸਤਯੁਗ, ਤ੍ਰੇਤਾ, ਫਿਰ ਦੁਆਪਰ ਆਉਂਦਾ, ਉਹਦਾ 8,500, ਤੇ ਕਲਯੁਗ ਦੀ ਉਮਰ 5,500 ਦੱਸੀ ਗਈ ਆ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਨਾਲ ਲੋਕਾਂ ਦਾ ਮੇਲ ਜੋਲ ਹੁੰਦਾ ਸੀਗਾ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਲੋਕੀ ਕਹਿੰਦੇ ਸੀ ਸੱਚੇ ਪਾਤਸ਼ਾਹ ਆ ਤੇ ਕਲਯੁਗ ਆ ਗਿਆ। ਲੋਕੀ ਝੂਠ ਬਹੁਤ ਬੋਲਦੇ ਨੇ, ਕੁਫਰ ਤੋਲਦੇ ਨੇ, ਬੇਈਮਾਨੀਆਂ ਹੁੰਦੀਆਂ ਨੇ, ਬਦਮਾਸ਼ੀਆਂ ਹੁੰਦੀਆਂ ਨੇ, ਤੇ ਬੜਾ ਕੁਝ ਹੋ ਰਿਹਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਜਿਹੜਾ ਕਲਯੁਗ, ਜਿਸ ਕਲਯੁਗ ਨੂੰ ਤੁਸੀਂ ਮੰਨਦੇ ਆ ਉਹ ਕਲਯੁਗ ਨਹੀਂ ਹੈ। ਤੇ ਗੁਰੂ ਉਹ ਮੋਰੇ ਪੁੱਛਣ ਲੱਗੇ ਵੀ ਸੱਚੇ ਪਾਤਸ਼ਾਹ ਵੀ ਕਲਯੁਗ ਕੀ ਹੁੰਦਾ, ਤੇ ਗੁਰੂ ਨਾਨਕ ਪਾਤਸ਼ਾਹ ਦਾ ਜਵਾਬ ਸੁਣੋ ਤੁਸੀਂ। ਉਹ ਕਹਿੰਦੇ ਏਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ।
ਕੀ ਬਾਤ ਹੈ ਜੀ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਿਹੜਾ ਤੁਸੀਂ ਆ ਨਾ ਵੀ 5,500 ਦਾ ਹੋਣਾ, ਇਹ ਸਤਿਯੁਗ ਦੇ ਬਾਅਦ ਤ੍ਰੇਤਾ ਆਉਣਾ, ਫਿਰ ਦੁਆਪਰ ਆਉਣਾ, ਫਿਰ ਕਲਯੁਗ, ਉਹਨਾਂ ਵਿੱਚ ਨਹੀਂ ਮੈਂ ਵਿਸ਼ਵਾਸ ਰੱਖਦਾ। ਬਿਲਕੁਲ ਜੀ ਬਿਲਕੁਲ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਏਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਜੀ। ਵਾਹਿਗੁਰੂ। ਜਿੱਥੇ ਤਾਂ ਸ਼ਬਦ ਲੱਗ ਜਾਏ ਗੁਰਬਾਣੀ ਦੇ ਵਿੱਚ ਉੱਥੇ ਸ਼ਰਤ ਲੱਗੀ ਹੁੰਦੀ ਆ। ਹਾਂਜੀ। ਜਦੋਂ ਮਹਾਰਾਜ ਕਹਿੰਦੇ ਵੀ ਮੈਂ ਜਦੋਂ ਮੈਂ ਪਰਮਾਤਮਾ ਨਾਲ ਸੱਚ ਨਾਲ, ਜਿਹੜੀ ਤੁਸੀਂ ਗੱਲ ਕੀਤੀ ਸੀ ਸੱਚ ਦੀ, ਹਾਂਜੀ। ਸੱਚ ਨਾਲ ਜਦੋਂ ਮੈਂ ਟੁੱਟ ਜਾਣਾ, ਸੱਚ ਨੂੰ ਭੁੱਲ ਜਾਣਾ, ਮੇਰੇ ਵਾਸਤੇ ਕਲਯੁਗ ਆ ਜਾਂਦਾ। ਬਿਲਕੁਲ ਜੀ ਬਿਲਕੁਲ। ਇਹਦਾ ਸਬੂਤ ਹੋਰ ਵੀ ਲੈ ਲਓ ਇਤਿਹਾਸ ਵਿੱਚੋਂ। ਸਤਿਯੁਗ ਦੇ ਵਿੱਚ ਇਦਾਂ ਦੇ ਪਾਪ ਹੋਏ ਨੇ ਵੀ ਪੇ ਨੇ ਪੁੱਤ ਨਾਲ ਕੀ ਕੁਝ ਨਹੀਂ ਕੀਤਾ। ਬਿਲਕੁਲ ਜੀ। ਤ੍ਰੇਤਾ ਦੇ ਵਿੱਚ ਰਾਮਚੰਦਰ ਜੀ ਇੱਕ ਸ਼ੂਦਰ ਨੂੰ ਭਗਤੀ ਕਰਦੇ ਨੂੰ ਇੱਕ ਬ੍ਰਾਹਮਣ ਦੇ ਕਹੇ ਤੇ ਤੀਰ ਮਾਰ ਕੇ ਮਾਰ ਦਿੰਦੇ ਨੇ, ਤੇ ਉਹ ਇਦਾਂ ਦੇ ਪਾਪ ਤੇ ਗੁਨਾਹ ਤੇ ਮੈਨੂੰ ਲੱਗਦਾ ਅਪਰਾਧ ਕਦੇ ਕਲਯੁਗ ਵਿੱਚ ਵੀ ਨਹੀਂ ਹੋਏ ਹੋਣੇ। ਬਿਲਕੁਲ ਜੀ। ਇਸ ਕਰਕੇ ਇਹ ਗੱਲ ਸੱਚੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਦੁਨੀਆ ਨੂੰ ਇੱਕ ਰਾਹ ਦਿੱਤਾ, ਇੱਕ ਮਾਰਗ ਦਿੱਤਾ, ਜਿਹਨੂੰ ਆਪਾਂ ਧਰਮ ਵੀ ਕਹਿ ਲਈਏ। ਜਿਸ ਮਾਰਗ ਤੇ ਚੱਲ ਕੇ, ਜਿਸ ਰਾਹ ਤੇ ਚੱਲ ਕੇ, ਜਿਸ ਰਸਤੇ ਤੇ ਚੱਲ ਕੇ ਸੱਚੇ ਦੇ ਨਾਲ ਜੁੜਨਾ ਹੁੰਦਾ, ਸੱਚ ਨਾਲ ਜੁੜਨਾ ਹੁੰਦਾ। ਪਰਮਾਤਮਾ ਦਾ ਦੂਸਰਾ ਨਾਮ ਵੀ ਪ੍ਰੇਮ ਤੇ ਸੱਚ ਹੈ, ਤੇ ਸੱਚ ਬੋਲਣ ਨੂੰ ਵੀ ਆਪਾਂ ਕਹਿੰਦੇ ਨੇ ਸੱਚ ਬੋਲੀਏ। ਉਹ ਇੱਕੋ ਗੱਲ ਆ। ਉਹ ਉਧਰ ਨੂੰ ਤੁਹਾਨੂੰ ਸੱਚ ਜਦੋਂ ਬੋਲਦੇ ਹੋ ਨਾ ਤੁਸੀਂ, ਤੁਹਾਨੂੰ ਉਹ ਸੱਚੇ ਦੇ ਵੱਲ ਨੂੰ ਲੈ ਤੁਰਦਾ ਉਹ ਸੱਚ। ਬਿਲਕੁਲ ਜੀ ਬਿਲਕੁਲ ਜੀ। ਤੇ ਅੱਜ ਉਹ ਹੋ ਨਹੀਂ ਰਿਹਾ। ਗਗਨਦੀਪ ਸਿੰਘ ਜੀ, ਜੇ ਅੱਜ ਦੁਨੀਆ ਵਿੱਚ ਸੱਚ ਹੁੰਦਾ ਤੇ ਦੁਨੀਆ ਸਵਰਗ ਨਾ ਬਣੀ ਹੁੰਦੀ। ਬਿਲਕੁਲ ਜੀ ਬਿਲਕੁਲ। ਇਸ ਕਰਕੇ ਜਿਹੜੀ ਜੋ ਮੈਂ ਪੜ੍ਹਦਾ ਉਹ ਫਿਰ ਮੈਂ, ਜੇ ਤੂੰ ਮੈਨੂੰ ਅੱਧਾ ਕੁ ਮਿੰਟ ਦਿਓ ਤਾਂ ਮੈਂ ਆਪਣੀ ਭਾਸ਼ਾ ਵਿੱਚ ਫਿਰ ਮੈਂ ਉਹਨੂੰ ਆਪਣੇ ਭਰਾਵਾਂ ਦੇ ਸੰਗਤਾਂ ਦੇ ਸਾਹਮਣੇ ਰੱਖਦਾ ਹੁੰਦਾ। ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ। ਤੁਸੀਂ ਕਲਯੁਗ ਦੀ ਗੱਲ ਕੀਤੀ ਸੀ, ਮੈਂ ਡੈਫੀਨੇਸ਼ਨ ਦੇਣ ਲੱਗਾ ਕਲਯੁਗ ਦੀ। ਹਾਂਜੀ। ਲਿਖਿਆ ਵੀ ਜਦੋਂ ਭਲਾ ਕਰਨਾ ਹੀ ਲੋਕਾਂ ਭੁੱਲ ਜਾਵੇ, ਜਦੋਂ ਭਲਾ ਕਰਨਾ ਹੀ ਲੋਕਾਂ ਭੁੱਲ ਜਾਵੇ, ਭੁੱਲ ਜਾਵਣ ਦਿਆਲੂ ਦਤਾਰ ਤਾਈ। ਓਏ ਸੱਚ ਬੋਲਣ ਦੀ ਭੁੱਲੀ ਜਾਚ ਹੋਵੇ, ਭੁੱਲਣ ਮਾਪਿਆਂ ਦੇ ਕੀਤੇ ਉਪਕਾਰ ਤਾਈ। ਬਈ ਜਦੋਂ ਧਰਮ ਅਸਥਾਨਾਂ ਤੇ ਸ਼ਰੇਆਮ ਅਧਰਮ ਹੋਵੇ, ਗਗਨਦੀਪ ਸਿੰਘ ਜੀ ਆਪਾਂ ਇਸ ਗੱਲ ਨੂੰ ਮੰਨਣਾ ਪਊਗਾ ਸਾਨੂੰ। ਜੀ ਬਿਲਕੁਲ ਜੀ। ਅਸੀਂ ਦੇਖਦੇ ਜਦੋਂ ਵੀ ਹਾਂ ਧਰਮ ਅਸਥਾਨਾਂ ਤੇ ਸ਼ਰੇਆਮ ਅਧਰਮ ਹੋਵੇ, ਨਾ ਕੋਈ ਮਜ਼ਲੂਮਾਂ ਦੀ ਸੁਣੇ ਆਵਾਜ਼ ਤਾਈ। ਓਏ ਦਸ਼ਾ ਇਨਸਾਨੀਆਂ ਦੀ ਮਾਨੋ ਉਹੀ ਹੁੰਦੀ, ਸੁਸਰੀ ਪਈ ਹੋਵੇ ਜਿਕਣ ਅਨਾਜ ਤਾਈ। ਵਾਹਿਗੁਰੂ। ਬਈ ਅੱਜ ਤੇਰਾ ਵਾਲੀ ਤਕੜੀ ਨੂੰ ਗਹੁ ਨਾਲ ਤੱਕੋ। ਅੱਜ ਤੇਰਾ ਵਾਲੀ ਤਕੜੀ ਨੂੰ ਗਹੁ ਨਾਲ ਤੱਕੋ। ਹਰ ਪਾਸੇ ਮੇਰਾ ਤੋਲਦੀ ਏ। ਓਏ ਕਿਵੇਂ ਛੱਜ ਵਿਚਾਰੇ ਮੌਨ ਧਾਰਿਆ, ਕੇਵਲ ਛਾਨਣੀ ਹੀ ਨਿਤ ਬੋਲਦੀ ਏ। ਬਿਲਕੁਲ ਜੀ ਬਿਲਕੁਲ। ਦੱਸੋ ਅੱਜ ਇਹਦੇ ਵਿੱਚ ਕੋਈ ਗਲਤ ਹੈ ਜੋ ਹੋ ਰਿਹਾ? ਬਿਲਕੁਲ ਜੀ ਨਹੀਂ ਜੀ। ਸੌਵਾਨੇ ਸੱਚੀ ਹੈ। ਤੇਰਾ ਵਾਲੀ ਤਕੜੀ ਨੂੰ ਗਹੁ ਨਾਲ ਤੱਕੋ। ਹਰ ਪਾਸੇ ਮੇਰਾ ਤੋਲਦੀ ਏ। ਓਏ ਕਿਵੇਂ ਛੱਜ ਵਿਚਾਰੇ ਮੌਨ ਧਾਰਿਆ। ਇਹਦਾ ਮਤਲਬ ਜਿਹੜੇ ਸੱਚੇ ਵਿਚਾਰੇ ਕਿਵੇਂ ਖੁੱਡੇ ਲਾ ਕੇ ਬੈਠੇ ਨੇ, ਛਾਨਣੀਆਂ ਬੋਲਦੀਆਂ ਨੇ ਜਿਹਨਾਂ ਵਿੱਚ 999 ਛੇਕ ਨੇ। ਬਿਲਕੁਲ ਜੀ ਬਿਲਕੁਲ। ਕਿਵੇਂ ਛੱਜ ਵਿਚਾਰੇ ਮੌਨ ਧਾਰਿਆ, ਕੇਵਲ ਛਾਨਣੀ ਹੀ ਨਿਤ ਬੋਲਦੀ ਏ। ਬਈ ਜਦੋਂ ਇਮਾਨਦਾਰ ਨੂੰ ਬੇਈਮਾਨ ਕਹਿਣ ਲੋਕੀ, ਆਖਰੀ ਦੋ ਲਾਈਨਾਂ ਨੇ ਗਗਨਦੀਪ ਸਿੰਘ ਜੀ। ਬਿਲਕੁਲ ਜੀ। ਜਦੋਂ ਇਮਾਨਦਾਰ ਨੂੰ ਬੇਈਮਾਨ ਕਹਿਣ ਲੋਕੀ, ਕਿਉਂ ਕੁੰਟੀ ਸ਼ੈਤਾਨ ਦੀ ਆਨ ਸ਼ਾਨ ਹੁੰਦੀ। ਓਏ ਜਦੋਂ ਪੁੰਨ ਨੂੰ ਪਾਪ ਤੇ ਪਾਪ ਨੂੰ ਪੁੰਨ ਆਖਣ, ਹਾਂਜੀ ਇਹੀ ਕਲਯੁਗ ਦੀ ਭੋਗਲ ਪਹਿਚਾਨ ਹੁੰਦੀ। ਯਾਰੋ ਜਦੋਂ ਪੁੰਨ ਨੂੰ ਪਾਪ ਤੇ ਪਾਪ ਨੂੰ ਪੁੰਨ ਆਖਣ, ਇਹੀ ਕਲਯੁਗ ਦੀ ਭੋਗਲ ਪਹਿਚਾਨ ਹੁੰਦੀ। ਬਈ ਇਹੀ ਕਲਯੁਗ ਦੀ ਭੋਗਲ ਪਹਿਚਾਨ ਹੁੰਦੀ। ਗਗਨਦੀਪ ਸਿੰਘ ਜੀ, ਤੁਸੀਂ ਕਲਯੁਗ ਦੀ ਗੱਲ ਸ਼ੁਰੂ ਕੀਤੀ ਸੀ, ਗੁਰੂ ਨਾਨਕ ਦੀ ਗੱਲ ਸ਼ੁਰੂ ਕੀਤੀ ਸੀ, ਸੱਚ ਦੀ ਗੱਲ ਕੀਤੀ ਸੀ। ਭਾਵੇਂ ਮੈਨੂੰ ਦਰਦ ਹੋ ਰਿਹਾ ਪਰ ਮੇਰੇ ਕੋਲ ਰਿਹਾ ਨਹੀਂ ਗਿਆ। ਇੰਨੀ ਕੁ ਹਾਜ਼ਰੀ ਕਬੂਲ ਕਰ ਲਿਓ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਭੋਗਲ ਸਾਹਿਬ ਜੀ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਸ਼ਮੂਲੀਅਤ ਕਰਨ ਲਈ। ਮੈਂ ਤਾਂ ਕਹਿਣਾ ਆ ਰੂਹੀ ਜੀ, ਭੋਗਲ ਸਾਹਿਬ ਨੇ ਤਾਂ ਸਾਡਾ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਵੀ ਜਿਹੜਾ ਆ ਆਪਣੀ ਇਸ ਬੰਦਾਂ ਦੇ ਵਿੱਚ, ਇਸ ਕਵਿਤਾ ਦੇ ਵਿੱਚ ਜਿਹੜਾ ਆ ਉਹ ਬਿਆਨ ਕਰ ਦਿੱਤਾ। ਸਾਡੇ ਕੋਲ ਜਿਹੜਾ ਹੁਣ ਪ੍ਰੋਗਰਾਮ ਦਿਖਾਉਣ ਵਾਸਤੇ ਕੁਝ ਹੈ ਹੀ ਨਹੀਂ ਹੈ। ਤੇ ਬਹੁਤ ਬਹੁਤ ਧੰਨਵਾਦ ਭੋਗਲ ਸਾਹਿਬ, ਜਿਹੜਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਲਗਵਾਈ ਹੈ। ਤੇ ਮੈਂ ਗੱਲ ਕਰਨ ਜਾ ਰਿਹਾ ਸੀਗਾ ਕਿ ਗੁਰੂ ਨਾਨਕ ਦੇਵ ਜੀ ਦਾ ਜਦੋਂ ਇੱਥੇ ਅਵਤਾਰ ਹੋਇਆ ਇਸ ਧਰਤੀ ਦੇ ਉੱਤੇ, ਤਾਂ ਸਭ ਤੋਂ ਪਹਿਲਾਂ
ਮੰਨਿਆ ਜਾਂਦਾ ਕਿ ਬੇਬੇ ਨਾਨਕੀ ਜੀ ਨੇ ਜਿਹੜਾ ਆ ਉਹਨਾਂ ਦੇ ਦਰਸ਼ਨ ਕੀਤੇ ਤੇ ਇਹ ਜਿਹੜਾ ਆ ਇਸ ਨੂੰ ਨਹੀਂ ਅਸੀਂ ਕਹਿ ਸਕਦੇ। ਸਭ ਤੋਂ ਪਹਿਲਾਂ ਜਿਹੜਾ ਆ ਗੁਰੂ ਨਾਨਕ ਜੀ ਦੇ ਜਿਹੜੇ ਆ ਦਰਸ਼ਨ ਕਰਨ ਵਾਲੇ ਰੂਹੀ ਜੀ ਉਹ ਜਿਹੜੇ ਉਹ ਦਾਈ ਸੀਗੇ, ਦੌਲਤਾਂ ਦਾਈ ਸੀ, ਉਹਨਾਂ ਨੇ ਦਰਸ਼ਨ ਕੀਤੇ ਸੀ ਗੁਰੂ ਨਾਨਕ ਦੇਵ ਜੀ ਦੇ। ਬੜੇ ਜਿਹੜੇ ਵੱਡੇ ਭਾਗ ਨੇ ਉਹਨਾਂ ਤੇ ਜਿਹੜਾ ਆ ਇੱਕ ਅਕਾਲ ਰੂਪ ਬਾਬਾ ਜਿਹੜਾ ਸੀਗਾ, ਪਰਮਾਤਮਾ ਸੀਗਾ, ਤੇ ਜਿਹੜਾ ਆ ਉਹਦੇ ਦਰਸ਼ਨ ਕਰਨੇ, ਰੱਬ ਦੇ ਦਰਸ਼ਨ ਕਰਨੇ ਜਿਹੜੇ ਆ ਕਿੱਡੇ ਕੁ ਜਿਹੜੇ ਭਾਗ ਚੰਗੇ ਹੋਣਗੇ ਜਿਹੜੇ ਆ ਰੂਹੀ ਜੀ। ਮੈਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਬਿਆਨ ਨਹੀਂ ਕਰ ਸਕਦਾ, ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ। ਤੇ ਅਸੀਂ ਜੇ ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਤੇ ਬੇਬੇ ਨਾਨਕੀ ਜੀ ਦੀ, ਜਿਹੜੇ ਉਹਨਾਂ ਦੇ ਭੈਣ ਸਨ, ਤੇ ਕਿਉਂ ਨਾ ਆਪਾਂ ਉਹਨਾਂ ਦੇ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਵਿਚਾਰ ਕਰ ਲਈਏ। ਜੀ ਜੀ ਹਾਂਜੀ। ਤੇ ਜੀ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੀ ਸਿਰਫ ਵੱਡੀ ਭੈਣ ਹੀ ਨਹੀਂ ਸਨ, ਬਲਕਿ ਉਹਨਾਂ ਦੇ ਪਾਲਣ ਪੋਸ਼ਣ ਕਰਨ ਵਾਲੇ, ਉਹਨਾਂ ਨੂੰ ਸਮਝਣ ਵਾਲੇ, ਉਹਨਾਂ ਦੇ ਦਿਲ ਦੀਆਂ ਜਾਣਨ ਵਾਲੇ, ਉਹਨਾਂ ਦੇ ਦੁੱਖਾਂ ਸੁੱਖਾਂ ਦੇ ਸਾਥੀ, ਸਲਾਹਕਾਰ, ਉਹਨਾਂ ਦੇ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਪਰਿਵਾਰ ਦੀ ਦੇਖ ਰੇਖ ਕਰਨ ਵਾਲੇ ਇੱਕ ਐਸੀ ਸ਼ਖਸੀਅਤ ਸਨ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਹੈ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਸ ਵੇਲੇ ਬੇਬੇ ਨਾਨਕੀ ਦੀ ਉਮਰ 5 ਕੁ ਸਾਲ ਦੀ ਸੀ। ਗੁਰੂ ਨਾਨਕ ਸਾਹਿਬ ਜੀ ਦਾ ਕੋਈ ਭਰਾ ਨਹੀਂ ਸੀ, ਇੱਕੋ ਇੱਕ ਭੈਣ ਸੀ। ਇਹਨਾਂ ਦਾ ਜਨਮ ਪਿੰਡ ਚਾਹਲ, ਤਹਿਸੀਲ ਲਾਹੌਰ, ਸੰਮਤ 1521 ਸਨ 1464 ਵਿੱਚ ਨਾਨਕੇ ਪਿੰਡ ਵਿੱਚ ਹੋਇਆ। ਬੇਬੇ ਜੀ ਦੇ ਨਾਨਾ ਰਾਮ ਜੀ, ਨਾਨੀ ਭਰਾਈ ਤੇ ਮਾਮਾ ਕ੍ਰਿਸ਼ਨਾ ਜੀ ਦੇ ਲਾਡਾ ਪਿਆਰਾ ਨੇ ਨਵੀਂ ਜਨਮੀ ਬੱਚੀ ਦਾ ਨਾਂ ਹੀ ਨਾਨਕਿਆਂ ਦੀ ਰੱਖ ਦਿੱਤਾ, ਜੋ ਅੱਗੇ ਜਾਣ ਕੇ ਨਾਨਕੀ ਅਖਵਾਉਣ ਲੱਗ ਪਿਆ। ਬੇਬੇ ਨਾਨਕੀ ਨੂੰ ਆਮ ਕਰਕੇ ਬੇਬੇ ਨਾਨਕੀ ਹੀ ਕਿਹਾ ਜਾਂਦਾ ਸੀ। ਬੇਬੇ ਨਾਨਕੀ ਜੀ ਦਾ ਇੱਕ ਚਾਚਾ ਵੀ ਸੀ ਜਿਨ੍ਹਾਂ ਦਾ ਨਾਂ ਭਾਈ ਲਾਲੂ ਸੀ। ਉਹ ਵੀ ਆਪਣੇ ਭਰਾ ਦੇ ਦੋਨਾਂ ਬੱਚਿਆਂ ਨੂੰ ਰੱਜ ਕੇ ਪਿਆਰ ਕਰਦੇ ਸੀ। ਵੈਸੇ ਵੀ ਘਰ ਵਿੱਚ ਪਹਿਲੀ ਸੰਤਾਨ ਹੋਣ ਕਰਕੇ ਬੇਬੇ ਨਾਨਕੀ ਨੂੰ ਆਪਣੇ ਘਰੋਂ ਵੀ ਰੱਜਵਾਂ ਪਿਆਰ ਮਿਲਿਆ। ਜੀ। ਤੇ ਡਾਕਟਰ ਤਰਲੋਚਨ ਜੀ ਜਿਹੜੇ ਲਿਖਦੇ ਨੇ ਕਿ ਇਸ ਸੁੰਦਰ ਤੇ ਚੇਤਨ ਬਾਲੜੀ ਵਿੱਚ ਜਿਹੜਾ ਆਪਣੀ ਮਾਤਾ ਤ੍ਰਿਪਤਾ ਦੇ ਸਾਰੇ ਜਿਹੜੇ ਗੁਣ ਸੀਗੇ, ਕੋਮਲ ਰੁਚੀਆਂ ਬਚਪਨ ਤੋਂ ਹੀ ਸੀ ਜਿਹੜੀਆਂ ਨੇ ਉਹ ਪ੍ਰਗਟ ਵੀ ਹੋਣੀਆਂ ਜਿਹੜੀਆਂ ਉਹਨੂੰ ਸ਼ੁਰੂ ਹੋ ਗਈਆਂ ਸਨ। ਇਹ ਜਿਹੜੇ ਸੁਭਕ, ਸੋਹਲ, ਗੰਭੀਰ, ਧੀਰ ਵਾਲੀ ਬੱਚੀ ਨੂੰ ਮਾਤਾ ਪਿਤਾ ਦੀ ਇਤਨਾ ਜਿਹੜਾ ਆ ਪਿਆਰ ਮਿਲਦਾ ਤੇ ਮਾਤਾ ਪਿਤਾ ਵੀ ਜਿਹੜਾ ਆ ਉਸ ਨੂੰ ਪਿਆਰ ਕਰਦੇ ਸੀ ਕਿ ਇਸ ਦੀ ਕੋਈ ਜਿਹੜੀ ਆਖੀ ਗੱਲ ਨੂੰ ਜਿਹੜਾ ਆ ਉਹ ਮੋੜਦੇ ਵੀ ਨਹੀਂ ਸੀ। ਗੁਰੂ ਨਾਨਕ ਸਾਹਿਬ ਤਾਂ ਜਿਹੜੇ ਉਹ ਹੈ ਹੀ ਰੱਬ ਰੂਪ ਸੀ, ਉਹ ਅਕਾਲ ਪੁਰਖ ਸੀ, ਉਹ ਪਰਮਾਤਮਾ ਸੀ ਤੇ ਉਹਨਾਂ ਦੇ ਕੌਤਕ ਜਿਹੜਾ ਆ ਦੁਨਿਆਵੀ ਬੁੱਧੀ ਵਾਲੇ ਜੀਵਾਂ ਨੂੰ ਜਿਹੜੇ ਆ ਉਹ ਘੱਟ ਹੀ ਸਮਝ ਸਕਦੇ ਸਨ, ਜਿਸ ਤਰ੍ਹਾਂ ਰੂਹੀ ਦੀ ਆਪਾਂ। ਠੀਕ ਹੈ ਜੀ, ਕਿਉਂਕਿ ਉਹਨਾਂ ਨੇ ਦੁਨੀਆ ਨੂੰ ਸੁਧਾਰਨ ਲਈ ਉਦਾਸੀਆਂ ਵੀ ਕੀਤੀਆਂ ਜਾਂ ਉਹਨਾਂ ਨੇ ਕਈ ਉਪਦੇਸ਼ ਦਿੱਤੇ, ਪਰ ਸਾਡੀ ਸਮਝ ਦੇ ਵਿੱਚ ਜਿਹੜੀ ਆ ਸਾਡੀ ਸੋਚ ਹੈ ਰੂਹੀ ਜੀ ਉਹ ਇੰਨੀ ਕਹਿ ਕੇ ਅਸੀਂ ਉਹਨਾਂ ਨੂੰ ਸਮਝ ਹੀ ਨਹੀਂ ਸਕਦੇ। ਸਾਨੂੰ ਐਂ ਲੱਗਦਾ ਕਿ ਹਾਂ ਸ਼ਾਇਦ ਇਹ ਸਾਡੇ ਜੇ ਫਾਇਦੇ ਵਾਸਤੇ ਹੋਊਗਾ ਤੇ ਅਸੀਂ ਤਾਂ ਅਪਲਾਈ ਕਰਾਂਗੇ ਆਪਣੀ ਲਾਈਫ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ। ਜੇ ਨਾ ਹੋਇਆ ਤਾਂ ਫਿਰ ਕੋਈ ਗੱਲ ਨਹੀਂ, ਤੇ ਜੇ ਉਹਨਾਂ ਨੇ ਕਿਹਾ ਤਾਂ ਠੀਕ ਹੈ, ਸਹੀ ਹੈ ਤਾਂ ਸਹੀ ਹੋਏਗਾ। ਇਸੇ ਕਰਕੇ ਜਿਹੜੀ ਆ ਬੜੀ ਵਾਰੀ ਬੇਬੇ ਨਾਨਕੀ ਨੇ ਆਪਣੇ ਵੀਰ ਨੂੰ ਪਿਤਾ ਦੀਆਂ ਝਿੜਕਾਂ ਤੇ ਮਾਰ ਤੋਂ ਬਚਾਇਆ ਸੀ। ਜੀ। ਬੇਬੇ ਨਾਨਕੀ ਦੇ ਪਿਤਾ ਮਹਿਤਾ ਕਾਲੂ ਪਿੰਡ ਦੇ ਪਟਵਾਰੀ ਸਨ। ਉਹਨਾਂ ਕੋਲ ਆਪਣੀ ਜ਼ਮੀਨ ਵੀ ਸੀ ਜਿਸ ਨੂੰ ਘਰ ਦਾ ਮਾਲ ਡੰਗਰ ਚਰਾਉਣ ਲਈ ਵੀ ਵਰਤ ਲਿਆ ਕਰਦੇ ਸਨ। ਇਹ ਡੰਗਰ, ਮੱਝਾਂ, ਗਾਵਾਂ ਬਾਬੇ ਨਾਨਕ ਨੇ ਚਰਾਈਆਂ ਸਨ। ਮਹਿਤਾ ਕਾਲੂ ਇੱਕ ਮਿਹਨਤ ਪਸੰਦ ਤੇ ਇਮਾਨਦਾਰ ਇਨਸਾਨ ਸਨ, ਜਿਸ ਕਰਕੇ ਪਿੰਡ ਦਾ ਹਾਕਮ ਰਾਏ ਬੁਲਾਰ, ਜੋ ਕਿ ਰਾਏ ਭੋਈ ਦੇ ਪੁੱਤਰ ਸਨ ਜਿਨ੍ਹਾਂ ਨੇ ਤਲਵੰਡੀ ਨਗਰ ਵਸਾਇਆ ਸੀ, ਉਹਨਾਂ ਤੋਂ ਬਹੁਤ ਖੁਸ਼ ਸੀ ਤੇ ਦੋਨੋਂ ਦੀ ਪਰਿਵਾਰਕ ਸਾਂਝ ਬਣ ਗਈ। ਉਹ ਬੇਬੇ ਨਾਨਕੀ ਨੂੰ ਆਪਣੀਆਂ ਧੀਆਂ ਵਰਗਾ ਪਿਆਰ ਕਰਦੇ ਸੀ। 5 ਸਾਲ ਮਗਰੋਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਤਾਂ ਜਿੰਨੀ ਵੀਰ ਦੇ ਆਉਣ ਦੀ ਖੁਸ਼ੀ ਭੈਣ ਨਾਨਕੀ ਨੂੰ ਹੋਈ ਉਸ ਦਾ ਅੰਦਾਜ਼ਾ ਹੀ ਨਹੀਂ ਜਿਹੜਾ ਉਹ ਅਸੀਂ ਲਗਾ ਸਕਦੇ। ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਨਵਾਂ ਜੀ ਆਉਂਦਾ ਆ ਤਾਂ ਸਾਨੂੰ ਖੁਸ਼ੀ ਤਾਂ ਹੁੰਦੀ ਹੈ। ਉਸੇ ਤਰ੍ਹਾਂ ਬੇਬੇ ਨਾਨਕੀ ਜੀ ਨੂੰ ਜਿਹੜਾ ਆ ਖੇਡਣ ਵਾਸਤੇ ਰੂਹੀ ਜੀ ਆਪਾਂ ਆਮ ਤੌਰ ਤੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਹੜੀ ਆ ਇਦਾਂ ਦੀ ਜਿਹੜੀ ਆ ਸੋਚ ਹੁੰਦੀ ਹੈ ਕਿ ਜੇ ਕਿਸੇ ਕੁੜੀ ਦਾ ਉਹਦਾ ਵੀਰ ਨਹੀਂ ਹੁੰਦਾ ਤਾਂ ਉਹਨੂੰ ਜਿਹੜਾ ਦੂਸਰੇ ਮੁੰਡਿਆਂ ਦੇ ਨਾਲ ਜਿਹੜਾ ਆ ਉਹ ਖੇਡਣ ਤੋਂ ਰੋਕਿਆ ਜਾਂਦਾ ਸੀ। ਤੇ ਇੱਕ ਜਿਹੜੀ ਨਾ ਕਹਾਵਤ ਜਿਹੜੀ ਆਪਾਂ ਗੱਲ ਵੀ ਕਰਦੇ ਹੁੰਦੇ ਸੀਗੇ ਕਿ ਕੁੜੀਆਂ ਨੂੰ ਮੁੰਡਿਆਂ ਦੇ ਨਾਲ ਜਾਂ ਮੁੰਡਿਆਂ ਨੂੰ ਕੁੜੀਆਂ ਦੇ ਨਾਲ ਨਹੀਂ ਖੇਡਣ ਦਿੱਤਾ ਜਾਂਦਾ ਸੀਗਾ। ਤੇ ਇੱਕ ਗੱਲ ਕਹਿੰਦੇ ਸੀਗੇ ਕਿ ਤੁਹਾਡੇ ਕੰਨ ਪੱਕ ਜਾਣਗੇ, ਹਨਾ। ਉਹ ਇਸੇ ਤਰ੍ਹਾਂ ਦਾ ਸੀਗਾ ਕਿ ਇਹ ਵੀ ਕਹਿ ਸਕਦੇ ਹਾਂ ਕਿ ਜਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਹੌਲ ਨਹੀਂ ਦੇਣਾ ਚਾਹੁੰਦੇ ਸੀਗੇ ਜਾਂ ਇਸ ਦੇ ਪਿੱਛੇ ਕੀ ਰਾਜ ਹੈ ਤਾਂ ਸਾਡੇ ਜਿਹੜੇ ਆ ਸਿਆਣੇ ਮਾਪੇ ਜਿਹੜੇ ਨੇ ਉਹੀ ਦੱਸ ਸਕਦੇ ਨੇ। ਤੇ ਇਸੇ ਕਰਕੇ ਸ਼ਾਇਦ ਨਾਨਕੀ ਜੀ ਨੂੰ ਇਹ ਵੀ ਲੱਗਦਾ ਹੋਏਗਾ ਕਿ ਜਿਹੜਾ ਆ ਮੇਰਾ ਵੀਰ ਹੁੰਦਾ ਤੇ ਮੈਂ ਉਹਦੇ ਨਾਲ ਖੇਡਦੀ, ਉਹਦੇ ਨਾਲ ਜਿਹੜਾ ਗੱਲਾਂ ਬਾਤਾਂ ਕਰਦੀ, ਅਸੀਂ ਦੋਨੋਂ ਸਕੂਲ ਜਾਂਦੇ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਉਸ ਤਰ੍ਹਾਂ ਦਾ ਮਾਹੌਲ ਹੋਏਗਾ। ਇਸੇ ਕਰਕੇ ਵੀ ਉਹਨਾਂ ਨੂੰ ਇੱਕ ਬਹੁਤ ਵੱਡੀ ਖੁਸ਼ੀ ਸੀਗੀ ਕਿ ਜਿਹੜਾ ਆ ਉਹਨਾਂ ਦਾ ਛੋਟਾ ਭਰਾ ਜਿਹੜਾ ਆ ਉਹ ਇਸ ਦੁਨੀਆ ਤੇ ਆ ਚੁੱਕਿਆ ਤੇ ਉਸ ਦੇ ਨਾਲ ਗੱਲਾਂ ਬਾਤਾਂ ਕਰਨਗੇ, ਉਸ ਦੇ ਨਾਲ ਖੇਡਣਗੇ, ਉਸ ਦੇ ਨਾਲ ਜਿਹੜਾ ਆ
ਜਿਸ ਤਰ੍ਹਾਂ ਹੋਰ ਲੜਕੀਆਂ ਜਿਹੜੀਆਂ ਨੇ ਆਪਣੇ ਭੈਣਾਂ ਦੇ ਜਿਹੜਾ ਆ ਭਰਾਵਾਂ ਦਾ ਆਪਸੀ ਪਿਆਰ ਹੁੰਦਾ ਦੇਖ ਕੇ ਸਾਨੂੰ ਵੀ ਬੱਚਿਆਂ ਨੂੰ ਥੋੜੀ ਜੈਲਸ ਫੀਲ ਹੋ ਹੀ ਜਾਂਦੀ ਹੈ। ਤੇ ਜੇ ਸਾਡੇ ਕੋਲ ਕੋਈ ਨਵੀਂ ਚੀਜ਼ ਆਏ ਰੂਹੀ ਜੀ, ਤੇ ਅਸੀਂ ਜਿਹੜੇ ਬੱਚੇ ਨੇ ਉਹ ਇਸੇ ਤਰ੍ਹਾਂ ਕਹਿ ਦਿੰਦੇ ਹੁੰਦੇ ਸਾਡੇ ਕੋਲ ਇਹ ਆ ਤਾਂ ਤੁਹਾਡੇ ਕੋਲ ਹੈਗਾ ਕਿ ਨਹੀਂ ਹੈਗਾ। ਇਸੇ ਤਰ੍ਹਾਂ ਦੀਆਂ ਜਿਹੜੀਆਂ ਉਸ ਸਮੇਂ ਵੀ ਜਿਹੜੀਆਂ ਗੱਲਾਂ ਹੁੰਦੀਆਂ ਸੀ। ਇਸੇ ਕਰਕੇ ਜਿਹੜਾ ਆ ਬੇਬੇ ਨਾਨਕੀ ਜੀ ਨੂੰ ਜਿਹੜਾ ਆ ਇਹੀ ਹੁੰਦਾ ਹੋਏਗਾ ਕਿ ਮੇਰਾ ਵੀ ਇੱਕ ਛੋਟਾ ਵੀਰ ਹੈ, ਤੇ ਜਿਹਨੂੰ ਮੈਂ ਲੋਕਾਂ ਨੂੰ ਦੱਸੂਗੀ ਕਿ ਮੇਰਾ ਵੀ ਵੀਰ ਹੈ ਤੇ ਮੈਂ ਉਹਦੇ ਨਾਲ ਖੇਡ ਸਕਦੀ ਹਾਂ ਤੇ ਮੈਂ ਉਹਨਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰ ਸਕਦੀ ਹਾਂ। ਉਹਨਾਂ ਦੋਨੋਂ ਦਾ ਜਿਹੜਾ ਆ ਇਤਨਾ ਪਿਆਰ ਦੇਖ ਕੇ ਮਾਤਾ ਜੀ ਤੇ ਉਹਨਾਂ ਦੇ ਨਾਮ ਤੇ ਜਿਹੜਾ ਆ ਬੇਬੇ ਨਾਨਕੀ ਰੱਖ ਦਿੱਤਾ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਨਾਮ ਨਾਨਕ ਰੱਖਿਆ ਸੀ। ਤੇ ਜੇ ਅਸੀਂ ਸਾਡੇ ਘਰ ਦੇ ਵਿੱਚ ਇੱਕ ਰੂਹੀ ਜੀ ਗੱਲਬਾਤ ਇੱਕ ਸਾਂਝੀ ਹੁੰਦੀ ਹੈ, ਜੇ ਕੋਈ ਪਹਿਲਾਂ ਇਸ ਤਰ੍ਹਾਂ ਹੁੰਦਾ ਸੀਗਾ ਕਿ ਇੱਕੋ ਪਿੰਡ ਦੇ ਵਿੱਚ ਇੱਕੋ ਨਾਂ ਦੇ ਕਈ ਬੰਦੇ ਹੁੰਦੇ ਸੀ। ਹਾਂਜੀ। ਤੇ ਅਸੀਂ ਇਹ ਵੀ ਗੱਲ ਦੇਖਦੇ ਹਾਂ ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਨਾਮ ਸੀਗਾ ਉਹ ਮੇਲ ਜੋਲ ਖਾਂਦਾ ਜਿਹੜਾ ਆ ਉਹ ਨਾਨਕੀ ਜੀ ਦੇ ਨਾਲ ਜਿਹੜਾ ਆ ਉਹ ਰੱਖ ਦਿੱਤਾ ਸੀ। ਇੱਕ ਜਿਹੜਾ ਆ ਉਹ ਨਾਨਕੇ ਵੀ ਜਿਹੜਾ ਰਹਿੰਦੇ ਸੀ, ਇਸੇ ਕਰਕੇ ਵੀ ਜਿਹੜਾ ਉਹਨਾਂ ਦਾ ਨਾਮ ਜਿਹੜਾ ਆ ਉਹ ਨਾਨਕੀ ਰੱਖਿਆ ਸੀ। ਤੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਆ ਜਨਮ ਤੇ ਜਿਹੜਾ ਪਿਤਾ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਨੇ ਰੱਜ ਕੇ ਜਿਹੜਾ ਆ ਉਹ ਪੁੰਨਦਾਨ ਕੀਤਾ ਸੀਗਾ। ਜਿਹੜੀ ਆ ਜਿਹੜੀ ਆ ਕਮੀਨ ਗਰੀਬ ਗੁਰਬਤੇ ਤੇ ਲੋੜਵੰਦਾਂ ਦੀਆਂ ਜਿਹੜੀਆਂ ਝੋਲੀਆਂ ਜਿਹੜੀਆਂ ਨੇ ਉਹ ਭਰ ਦਿੱਤੀਆਂ ਸੀਗੀਆਂ ਜੀ। ਜਦੋਂ ਮਾਤਾ ਤ੍ਰਿਪਤਾ ਨੇ ਕੀਮਤੀ ਸੁਗਾਤਾਂ ਨਾਲ ਭਰਿਆ ਥਾਲ ਦੌਲਤਾਂ ਦਾਈ ਨੂੰ ਦੇਣਾ ਚਾਹਿਆ ਤਾਂ ਉਸਨੇ ਹੱਥ ਜੋੜ ਅਰਜ਼ ਕੀਤੀ ਕਿ ਬਾਲਕ ਦਾ ਨੂਰਾਨੀ ਚਿਹਰਾ ਦੇਖ ਕੇ ਮੈਂ ਰੱਜ ਗਈ ਹਾਂ, ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜਾਪਦੀ। ਬੇਬੇ ਨਾਨਕੀ ਆਪਣੇ ਵੀਰ ਨਾਲ ਅਤ ਡੂੰਘਾ ਪਿਆਰ ਕਰਦੇ, ਆਪਣੇ ਵੀਰ ਨੂੰ ਗੋਦੀ ਚੁੱਕ ਕੇ ਖਿਡਾਉਂਦੇ, ਲੋਰੀਆਂ ਦਿੰਦੇ ਤੇ ਪਲ ਪਲ ਉਹਨਾਂ ਦਾ ਧਿਆਨ ਰੱਖਦੇ। ਬਾਬਾ ਨਾਨਕ ਜੀ ਵੀ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਬਹੁਤ ਖੁਸ਼ ਰਹਿੰਦੇ। ਭਾਵੇਂ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਤੋਂ ਛੋਟੇ ਸੀ, ਪਰ ਬੇਬੇ ਨਾਨਕੀ ਹਮੇਸ਼ਾ ਉਹਨਾਂ ਨੂੰ ਵੱਡਾ ਸਮਝ ਕੇ ਹੀ ਪਿਆਰਦੇ ਤੇ ਸਤਿਕਾਰਦੇ ਸੀ। ਇਸੇ ਪਿਆਰ ਦਾ ਸਦਕਾ ਹੀ ਉਹ ਪਹਿਲੇ ਇਨਸਾਨ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵਿੱਚ ਕਰਤਾਰ ਦੀ ਜੋਤ ਨੂੰ ਪ੍ਰਤੱਖ ਵੇਖਿਆ। ਜੀ। ਗੁਰਮਤ ਜਾਣਿਆ ਤੇ ਉਹਨਾਂ ਦੀ ਚਲਾਈ ਸਿੱਖੀ ਨੂੰ ਸਭ ਤੋਂ ਪਹਿਲਾਂ ਧਾਰਨ ਕੀਤਾ। ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਜੀ ਦੇ ਸਿਰਲੇਖ ਹੇਠ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੇਵਲ ਵੀਰ ਹੀ ਨਹੀਂ ਫਕੀਰ ਰੂਪੀ ਕਰਕੇ ਵੀ ਜਿਹੜਾ ਆ ਉਹ ਜਾਣਿਆ ਸੀ। ਉਹ ਆਪਣੀ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਨੂੰ ਅਕਸਰ ਕਹਿੰਦੇ ਸੀ ਕਿ ਨਾਨਕ ਨੂੰ ਪੁੱਤਰ ਕਰਕੇ ਨਾ ਜਾਣਿਓ, ਨਾਨਕ ਇਸ ਜਗਤ ਦਾ ਜੀਵ ਨਹੀਂ ਹੈ, ਉਹ ਤਾਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਤੇ ਉਹਨਾਂ ਦੀ ਜਿਹੜੀ ਪੀੜਾ ਨੂੰ ਹਰਨ ਵਾਸਤੇ ਆਇਆ। ਬੇਬੇ ਨਾਨਕੀ ਤੋਂ ਬਾਅਦ ਜੋ ਦੂਸਰਾ ਬੰਦਾ ਸੀ ਜਿਸ ਨੇ ਗੁਰੂ ਨਾਨਕ ਨੂੰ ਸਮਝਿਆ, ਪਰਖਿਆ, ਜਾਣਿਆ, ਉਹ ਸੀ ਰਾਏ ਬੁਲਾਰ, ਕਿਉਂਕਿ ਉਸਨੇ ਗੁਰੂ ਨਾਨਕ ਸਾਹਿਬ ਉੱਤੇ ਸੱਪ ਨੂੰ ਛਾਂ ਕਰਦੇ ਦੇਖਿਆ ਸੀ ਤੇ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਸਾਰੇ ਕਿੱਸੇ ਕਹਾਣੀਆਂ ਪਾਂਦੇ ਮੌਲਵੀ ਤੇ ਪੰਡਿਤ ਹਰਦਿਆਲ ਤੋਂ ਵੀ ਸੁਣੇ ਸਨ। ਜੀ। ਉਹਨਾਂ ਦਿਨਾਂ ਵਿੱਚ ਬੱਚਿਆਂ ਦਾ ਵਿਆਹ ਜਲਦੀ ਕਰ ਦਿੱਤਾ ਜਾਂਦਾ ਸੀ, ਜਿਸ ਦੇ ਕਈ ਕਾਰਨ ਸਨ, ਜਿਨ੍ਹਾਂ ਵਿੱਚੋਂ ਮੁੱਖ ਜਰਵਾਣੀਆਂ ਦੇ ਹਮਲੇ, ਸਥਾਨਕ ਹਾਕਮਾਂ ਦੇ ਜ਼ੁਲਮ ਤੇ ਗੈਰ ਮੁਸਲਮਾਨ ਲੜਕੀਆਂ ਦੀ ਇੱਜ਼ਤ ਨਾਲ ਖੇਲਣਾ ਇੱਕ ਆਮ ਰਵਾਇਤ ਸੀ। ਬੇਬੇ ਨਾਨਕੀ ਜੀ ਦਾ ਵਿਆਹ ਛੋਟੀ ਉਮਰੇ ਜਦ 12 ਕੁ ਸਾਲ ਦੀ ਸੀ ਸਨ 1475 ਵਿੱਚ ਭਾਈਆ ਜੈ ਰਾਮ ਜੀ ਨਾਲ ਹੋਇਆ, ਜੋ ਕਿ ਸੁਲਤਾਨਪੁਰ ਵਿਖੇ ਨਵਾਬ ਦੌਲਤ ਖਾਨ ਲੋਧੀ ਦੇ ਮਾਲ ਮਹਿਕਮੇ ਵਿੱਚ ਉੱਚੇ ਅਹੁਦੇ ਤੇ ਸਨ। ਇਹ ਅਕਸਰ ਤਲਵੰਡੀ ਰਾਏ ਬੁਲਾਰ ਕੋਲ ਕਈ ਵਾਰੀ ਜ਼ਮੀਨ ਦੀ ਪੈਮਾਇਸ਼ ਕਰਨ ਤੇ ਮਾਲੀਆ ਗਰਾਊਂਡ ਦੇ ਸਿਲਸਿਲੇ ਵਿੱਚ ਤਲਵੰਡੀ ਆਇਆ ਜਾਇਆ ਕਰਦੇ ਸਨ। ਇਹ ਇੱਕ ਚੰਗਾ ਰਿਸ਼ਤਾ ਜਾਣ ਕੇ ਰਾਏ ਬੁਲਾਰ, ਜੋ ਇਸ ਪਰਿਵਾਰ ਦੀ ਬਹੁਤ ਇੱਜ਼ਤ ਕਰਦੇ ਸੀ ਤੇ ਨਾਨਕੀ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਿਆਰ ਕਰਦੇ ਸੀ, ਨੇ ਕਰਵਾਇਆ ਸੀ। ਉਹਨਾਂ ਦਾ ਡੋਲਾ ਰਾਏ ਭੋਈ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ, ਅੱਜਕੱਲ ਜੋ ਨਨਕਾਣਾ ਸਾਹਿਬ ਹੈ, ਉਸ ਤੋਂ ਜਿਸ ਸਥਾਨ ਉੱਪਰ ਆਇਆ ਉਸ ਸਥਾਨ ਨੂੰ ਗੁਰਦੁਆਰਾ ਬੇਬੇ ਨਾਨਕੀ ਜੀ ਦਾ ਖੂਹ ਸਾਹਿਬ ਤਲਵੰਡੀ ਚੌਧਰੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੀ। ਵਿਆਹ ਮਗਰੋਂ ਬੀਬੀ ਨਾਨਕੀ ਜੀ ਇੱਕ ਸੁਚੱਜੀ ਗ੍ਰਹਿਣੀ ਦੀ ਤੌਰ ਤੇ ਜਿਹੜਾ ਆ ਆਪਣੀ ਸਾਰੀ ਜ਼ਿੰਦਗੀ ਸੁਲਤਾਨਪੁਰ ਲੋਧੀ ਵਿੱਚ ਰਹਿ ਕੇ ਬਿਤਾਈ। ਉਹਨਾਂ ਦਾ ਗ੍ਰਹਿਸਥ ਜੀਵਨ ਆਪਣੇ ਆਪ ਵਿੱਚ ਇੱਕ ਚੰਗੀ ਮਿਸਾਲ ਸੀ। ਭਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਦਾ ਬਹੁਤ ਆਦਰ ਸਤਿਕਾਰ ਕਰਦੇ ਸੀ ਅਤੇ ਗੁਰੂ ਨਾਨਕ ਸਾਹਿਬ ਨੂੰ ਵੀ ਬਹੁਤ ਪਿਆਰ ਕਰਦੇ ਸੀ। ਉਹ ਅਕਸਰ ਕਿਹਾ ਕਰਦੇ ਸੀ ਕਿ ਧੰਨ ਪਰਮੇਸ਼ਰ ਜੀ ਹੈ ਅਤੇ ਧੰਨ ਨਾਨਕ ਜੀ ਹੈ ਅਤੇ ਤੂੰ ਵੀ ਧੰਨ ਹੈ ਅਤੇ ਥੋੜੇ ਥੋੜੇ ਅਸੀਂ ਵੀ ਧੰਨ ਹਾਂ, ਤੇਰੇ ਨਾਲ ਸੰਜੋਗ ਬਣਿਆ। ਤੇ ਇਹ ਸਭ ਮਾਤਾ ਤ੍ਰਿਪਤਾ ਜੀ ਦੀ ਆਪਣੀ ਬੱਚੀ ਬੀਬੀ ਨਾਨਕੀ ਜੀ ਨੂੰ ਸਿੱਖਿਆ ਦੇਣ ਦਾ ਹੀ ਕਮਾਲ ਸੀ। ਮਾਤਾ ਤ੍ਰਿਪਤਾ ਵੀ ਪ੍ਰਭੂ ਭਗਤੀ ਵਿੱਚ ਜੁੜੇ ਰਹਿਣ ਵਾਲੇ ਸਨ ਤੇ ਬੇਲੋੜੇ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ, ਮਾਫ ਕਰਨਾ, ਬੋਲੜੇ, ਹਾਂਜੀ ਮਿੱਠ ਬੋਲੜੇ ਤੇ ਧਾਰਮਿਕ ਬਿਰਤੀ ਵਾਲੇ ਜਿਹੜੇ ਇਨਸਾਨ ਸੀ।
ਭਈਆ ਜੈ ਰਾਮ ਜੀ ਤੇ ਮਹਿਤਾ ਕਾਲੂ ਜੀ ਦਾ ਵੀ ਜਿਹੜਾ ਆ ਆਪਸ ਵਿੱਚ ਬਹੁਤ ਪਿਆਰ ਸੀ। ਉਹ ਕਈ ਵਾਰੀ ਆਪਣੇ ਘਰੇਲੂ ਮਸਲਿਆਂ ਬਾਰੇ ਜਿਹੜਾ ਭਈਆ ਜੈ ਰਾਮ ਜੀ ਕੋਲ ਜਿਹੜਾ ਸਲਾਹ ਲੈਂਦੇ ਸੀ, ਕਿਉਂਕਿ ਉਹ ਜਾਣਦੇ ਸੀ ਕਿ ਭਈਆ ਜੈ ਰਾਮ ਜੀ ਹਮੇਸ਼ਾ ਚੰਗੀ ਨੇਕ ਪਰਿਵਾਰਕ ਹਿੱਤ ਦੇ ਲਈ ਜਿਹੜਾ ਆ ਉਹ ਸਲਾਹ ਦਿੰਦੇ ਨੇ। ਜੀ ਭੈਣ ਦੇ ਸਹੁਰੇ ਜਾਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਉਦਾਸ ਹੋ ਗਏ। ਬੇਬੇ ਨਾਨਕੀ ਨਾਲ ਗੁਰੂ ਸਾਹਿਬ ਦੀ ਦਿਲੀ ਸਾਂਝ ਸੀ। ਉਹਨਾਂ ਦਾ ਲਾਡ ਪਿਆਰ, ਨਿੱਕੀਆਂ ਨਿੱਕੀਆਂ ਗੱਲਾਂ ਤੇ ਖੇਡਾਂ ਤੋਂ ਗੁਰੂ ਨਾਨਕ ਸਾਹਿਬ ਬਹੁਤ ਖੁਸ਼ ਰਹਿੰਦੇ ਸਨ। ਗੁਰੂ ਸਾਹਿਬ ਦੀ ਅੰਤਰ-ਆਤਮਾ ਨੂੰ ਸਮਝਣ ਵਾਲਾ ਘਰ ਵਿੱਚ ਸਿਰਫ ਬੇਬੇ ਨਾਨਕੀ ਤੋਂ ਸਿਵਾਏ ਹੋਰ ਕੋਈ ਨਹੀਂ ਸੀ। ਬੇਬੇ ਨਾਨਕੀ ਦੇ ਜਾਣ ਤੋਂ ਬਾਅਦ ਉਹ ਚੁੱਪ ਰਹਿਣ ਲੱਗ ਪਏ। ਭੈਣ ਦਾ ਵਿਛੋੜੇ ਦੇ ਨਾਲ ਪ੍ਰਭੂ ਦੇ ਵਿਛੋੜੇ ਨੇ ਉਹਨਾਂ ਦੇ ਦਿਲ ਵਿੱਚ ਬਿਰਹਾ ਦੀ ਵੇਦਨਾ ਤੀਬਰ ਕਰ ਦਿੱਤੀ। ਮਾਤਾ ਪਿਤਾ ਨੇ ਸੋਚਿਆ ਕਿ ਨਾਨਕ ਸਾਹਿਬ ਜੋ ਨੇ ਉਹ ਬਿਮਾਰ ਹੋ ਗਏ ਨੇ। ਵੈਦ ਹਰੀਦਾਸ ਨੂੰ ਬੁਲਾਇਆ ਗਿਆ। ਜਦ ਉਸਨੇ ਗੁਰੂ ਸਾਹਿਬ ਦੀ ਨਬਜ਼ ਟਟੋਲੀ ਤਾਂ ਗੁਰੂ ਸਾਹਿਬ ਨੇ ਸ਼ਾਇਦ ਉਸ ਵਕਤ ਇਹ ਬਚਨ ਆਖੇ ਜੀ ਕਿ ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਮਾਤਾ ਪਿਤਾ ਦੇ ਸਮੇਂ ਦੇ ਰਿਵਾਜ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਭਾਈ ਬਾਲੇ ਨੇ ਦੇ ਨਾਲ ਜਿਹੜਾ ਬੇਬੇ ਨਾਨਕੀ ਦਾ ਫੇਰਾ ਪਵਾਉਣ ਲਈ ਲੈਣ ਵਾਸਤੇ ਜਿਹੜਾ ਆ ਸੁਲਤਾਨਪੁਰ ਜਿਹੜਾ ਆ ਉਹ ਭੇਜ ਦਿੱਤਾ। ਤੇ ਉਸ ਤੋਂ ਬਾਅਦ ਚੋਂ ਜੇ ਅਸੀਂ ਗੱਲ ਕਰੀਏ ਭਈਆ ਜੈ ਰਾਮ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਜਿਹੜਾ ਆ ਦੋਨਾਂ ਨੂੰ ਮਿਲੇ ਤੇ ਉਹਨਾਂ ਨੂੰ ਦੱਸਿਆ ਕਿ ਜਦੋਂ ਨਾਨਕੀ ਜੀ ਤਲਵੰਡੀ ਤੋਂ ਆਏ ਹਨ ਤਾਂ ਬਸ ਨਾਨਕ ਜੀ ਦੀਆਂ ਜਿਹੜੀਆਂ ਗੱਲਾਂ ਹੀ ਜਿਹੜੀਆਂ ਉਹ ਕਰਦੇ ਰਹਿੰਦੇ ਨੇ। ਕੁਝ ਦਿਨ ਰਹਿ ਕੇ ਗੁਰੂ ਨਾਨਕ ਜਿਹੜਾ ਆ ਬੇਬੇ ਨਾਨਕੀ ਜੀ ਨੂੰ ਤਲਵੰਡੀ ਲੈ ਆਏ। 3 ਮਹੀਨੇ ਬਾਅਦ ਭਈਆ ਜੈ ਰਾਮ ਜੀ ਤਲਵੰਡੀ ਆਏ ਤਾਂ ਬੇਬੇ ਨਾਨਕੀ ਜੀ ਨੂੰ ਵਾਪਸ ਸੁਲਤਾਨਪੁਰ ਲੈ ਗਏ। ਬੇਬੇ ਨਾਨਕੀ ਜੀ ਦੇ ਜਾਣ ਤੋਂ ਬਾਅਦ ਤਲਵੰਡੀ ਵਿੱਚ ਇੱਕ ਵਾਰ ਫੇਰ ਜਿਹੜਾ ਮਾਯੂਸੀ ਦਾ ਮਾਹੌਲ ਬਣ ਗਿਆ, ਜਿਸ ਦਾ ਸਭ ਤੋਂ ਵੱਧ ਅਸਰ ਗੁਰੂ ਨਾਨਕ ਸਾਹਿਬ ਤੇ ਹੋਇਆ। ਤੇ ਸ਼ਾਇਦ ਇਹ ਗੱਲ ਬੇਬੇ ਨਾਨਕੀ ਤੱਕ ਪੁੱਜੀ। ਬੇਬੇ ਨਾਨਕੀ ਜੀ ਭਈਆ ਜੈ ਰਾਮ ਜੀ ਦੀ ਤੇ ਸਲਾਹ ਤੇ ਜਿਹੜੀ ਕੀਤੀ, ਉਹਨਾਂ ਨਾਲ ਮਸ਼ਵਰਾ ਕੀਤਾ, ਗੱਲਬਾਤ ਕੀਤੀ ਕਿ ਨਾਨਕ ਜੀ ਨੂੰ ਜਿਹੜਾ ਸੁਲਤਾਨਪੁਰ ਬੁਲਾਈਏ। ਤੇ ਬੇਬੇ ਨਾਨਕੀ ਜੀ ਨੂੰ ਜਿਹੜੀ ਆ ਰੱਬੀ ਨੂੰਹ ਨੂੰ ਸੋਚਦੇ ਆ ਇਹਨਾਂ ਤੋਂ ਜਿਹੜਾ ਆ ਨੌਕਰੀ ਕਰਵਾਉਣਾ ਨਹੀਂ ਚਾਹੁੰਦੇ ਸਨ, ਪਰ ਗੁਰੂ ਨਾਨਕ ਸਾਹਿਬ ਜੀ ਦੀ ਸੱਚੀ ਸੁੱਚੀ ਕਿਰਤ ਦੇ ਉਪਾਸ਼ਕ ਸੀ। ਉਹਨਾਂ ਨੇ ਕਿਹਾ ਕਿ ਕੋਈ ਕਿਰਤ ਕਰਨ ਦਾ ਜਿਹੜਾ ਆ ਵਸੀਲਾ ਮਿਲ ਜਾਏ ਤੇ ਉਹਨਾਂ ਦਾ ਆਣਾ ਜਿਹੜਾ ਆ ਉਹ ਠੀਕ ਰਹੇ। ਤੇ ਭਈਆ ਜੈ ਰਾਮ ਜੀ ਦੇ ਜਿਹੜਾ ਆ ਮੋਦੀ ਖਾਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਆ ਉੱਥੇ ਸੱਚੀ ਸੁੱਚੀ ਕਿਰਤ ਕੀਤੀ, 13 ਤੋਲਿਆ। ਇਸੇ ਤਰ੍ਹਾਂ ਦਾ ਜਿਹੜਾ ਆ ਲਵੇਰਾ ਇਤਿਹਾਸ ਜਿਹੜਾ ਆ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਦਾ ਆ। ਤੇ ਆਪ ਸਾਹਿਬ ਸੰਗਤਾਂ ਵੀ ਜਿਹੜੀਆਂ ਉਸ ਤੋਂ ਜਿਹੜੀਆਂ ਜਾਣੂ ਨੇ। ਤੇ ਇੰਨਾ ਕਿ ਜਿਹੜਾ ਇਤਿਹਾਸ ਸੀਗਾ ਉਹ ਬੇਬੇ ਨਾਨਕੀ ਜੀ ਦੇ ਨਾਲ ਜਿਹੜਾ ਜੁੜਦਾ ਸੀ। ਤੇ ਉਹਨਾਂ ਦਾ ਜਿਹੜਾ ਅਥਾਹ ਪ੍ਰੇਮ ਪਿਆਰ ਗੁਰੂ ਨਾਨਕ ਦੇਵ ਜੀ ਦੇ ਨਾਲ ਸੀਗਾ ਤੇ ਉਹ ਜਿਹੜਾ ਆ ਉਹ ਜਗ ਜ਼ਾਹਰ ਹੈ। ਮੈਨੂੰ ਨਹੀਂ ਲੱਗਦਾ ਕਿ ਰੋਹਿਤ ਜੀ ਅਸੀਂ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਪ੍ਰੇਮ ਪਿਆਰ, ਉਹਨਾਂ ਦੀ ਗਾਥਾ, ਉਹਨਾਂ ਦੇ ਕੌਤਕ ਜਾਂ ਅਸੀਂ ਉਹਨਾਂ ਦੇ ਆਪਸੀ ਪ੍ਰੇਮ ਪਿਆਰ ਨੂੰ ਜਿਹੜਾ ਆ ਅਸੀਂ ਪ੍ਰੋਗਰਾਮ ਦੇ ਵਿੱਚ ਨਹੀਂ ਕਵਰ ਕਰ ਸਕਦੇ। ਤੇ ਹੁਣ ਵੇਲਾ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਵਧਾਂਗੇ ਸਾਡੇ ਅਗਲੇ ਪ੍ਰੋਗਰਾਮ ਵੱਲ। ट्रैवल माई वर्ल्ड ਤੁਹਾਡੇ ਲਈ ਸਸਤੀਆਂ ਟਿਕਟਾਂ ਲੈ ਕੇ ਹਾਜ਼ਰ ਹੈ। ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਣਾ ਹੈ, ਵੀਜ਼ਾ ਲਗਵਾਉਣਾ ਹੈ, ਪੈਨ ਕਾਰਡ ਬਣਾਉਣਾ ਹੈ, OCI ਕਾਰਡ ਬਣਾਉਣਾ ਹੈ, ਬਾਇਓਮੈਟ੍ਰਿਕ ਕਾਰਡ ਬਣਾਉਣਾ ਹੈ। ਤੁਹਾਡਾ ਆਪਣਾ ਤੇ ਭਰੋਸੇਮੰਦ ਪਾਰਟਨਰ ਟਰੈਵਲ ਮਾਈ ਵਰਲਡ, 69 ਹਾਈ ਸਟਰੀਟ ਨੀਅਰ ਗੁਰਦੁਆਰਾ ਸ਼੍ਰੀ ਹਰਿਰਾਏ ਸਾਹਿਬ, ਵੈਸਟ ਬ੍ਰੋਮਿਚ। ਇੰਡੀਆ ਦਾ ਵੀਜ਼ਾ ਲਗਵਾਉਣਾ ਹੋਵੇ ਜਾਂ ਵਰਲਡ ਦੇ ਕਿਸੇ ਵੀ ਕੋਨੇ ਦਾ ਵੀਜ਼ਾ ਲਗਵਾਉਣਾ ਹੋਵੇ, ਯਾਦ ਰੱਖੋ ਤੁਹਾਡਾ ਆਪਣਾ ਤੇ ਭਰੋਸੇਮੰਦ ਪਾਰਟਨਰ ਟਰੈਵਲ ਮਾਈ ਵਰਲਡ। ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਤੇ ਆਓ ਹੁਣ ਵਧਦੇ ਅਸੀਂ ਆਪਣੇ ਅਗਲੇ ਪ੍ਰੋਗਰਾਮ ਵੱਲ। ਅਗਲਾ ਪ੍ਰੋਗਰਾਮ ਜੋ ਸਾਡਾ ਹੁੰਦਾ ਪੰਜਾਬ ਦੇ ਵਿੱਚ ਸਿਆਸਤ ਬਾਰੇ ਹੁੰਦਾ। ਸਿਆਸਤ ਕੀ ਕਹਿ ਰਹੀ ਹੈ ਆਓ ਜਾਣਦੇ ਹਾਂ ਰੂਹੀ ਗਰੋਵਰ ਤੇ ਗਗਨਦੀਪ ਸਿੰਘ ਅਨੰਦਪੁਰੀ ਦੇ ਨਾਲ। ਜੀ ਸੈਗਮੈਂਟ ਹੈ ਅਖਬਾਰ ਹਾਸੇ। ਹਾਂ ਜੀ ਬਿਲਕੁਲ ਜੀ। ਰੂਹੀ ਜੀ ਜਿੱਦਾਂ ਅਸੀਂ ਗੱਲ ਕਰੀਏ ਕਿ 15 ਜਿਹੜਾ ਆ ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਜਿਹੜਾ ਮਾਹੌਲ ਕਾਫੀ ਗਮਗੀਨ ਰਿਹਾ। ਜਿਹੜੀਆਂ ਲੋਕਾਂ ਦੀਆਂ ਧੜਕਣਾਂ ਆ ਉਹ ਕਾਫੀ ਵੱਧ ਗਈਆਂ, ਚਾਹੇ ਉਮੀਦਵਾਰ ਲਾਈਏ, ਚਾਹੇ ਵੋਟਰ ਲਾਈਏ, ਚਾਹੇ ਉਹ ਸਿਆਸੀ ਵੱਡੇ ਲੀਡਰ ਲਾਈਏ,
ਸੀਗੇ ਜਿਨ੍ਹਾਂ ਨੇ ਮਤਲਬ ਇਸ ਦੇ ਵਿੱਚ ਸ਼ਮੂਲੀਅਤ ਕਰਨੀ ਸੀਗੀ ਤੇ ਕਿਸ ਤਰ੍ਹਾਂ ਦਾ ਜਿਹੜਾ ਆ ਉਹ ਮਾਹੌਲ ਸਿਰਜਿਆ ਗਿਆ ਸੀ। ਇਹ ਵੀ ਕਹਿ ਸਕਦੇ ਆ ਕਿ ਜਿੱਦੇ ਸਾਡੇ ਜਿਹੜੇ ਮੁੱਖ ਮਹਿਮਾਨ ਸਾਡੇ ਬਲਵਿੰਦਰ ਸਿੰਘ ਜੀ ਜੰਮੂ ਹੁਣੇ ਵੀ ਕਹਿੰਦੇ ਸੀ, ਮੈਨੂੰ ਉਹਨਾਂ ਦੀ ਗੱਲ ਬਾਰ-ਬਾਰ ਯਾਦ ਆਉਂਦੀ ਹੈ ਅੱਜ ਵੀ, ਕਿਉਂਕਿ ਜਿਹੜਾ ਆ ਇਹ ਪੰਜਾਬ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਤੇ ਉਦੋਂ ਜਿਹੜਾ ਆ ਮਾਹੌਲ ਵਿਆਹ ਵਰਗਾ ਹੁੰਦਾ। ਸੱਚੀ ਮੈਨੂੰ ਇਸੇ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਨਾ ਸਾਡੇ ਘਰ ਦੇ ਵਿੱਚ ਵਿਆਹ ਹੁੰਦਾ ਹੋਵੇ ਤੇ ਮੈਂ ਥੋੜਾ ਜਿਹਾ ਕਿਤੇ ਸਾਈਡ ਤੇ ਜਾ ਕੇ ਰੈਸਟ ਕਰਨ ਆਇਆ ਹੋਵਾਂ, ਇਸੇ ਤਰ੍ਹਾਂ ਦਾ ਲੱਗਦਾ ਸੀਗਾ। ਤੇ ਕਾਫੀ ਜਿਹੜਾ ਆ ਹੁਣ ਰੌਲਾ ਜਿਹੜਾ ਆ ਉਹ ਅਨਾਉਂਸਮੈਂਟਾਂ ਦੀ ਆਵਾਜ਼ ਬੰਦ ਹੋ ਚੁੱਕੀ ਹੈ ਤੇ ਬਕਸਿਆਂ ਦੇ ਵਿੱਚ 1300 ਜਿਹੜੇ ਆ 4 ਬਕਸੇ ਨੇ EVM ਬਕਸੇ, ਉਹਨਾਂ ਦੇ ਵਿੱਚ ਜਿਹੜਾ ਆ ਉਮੀਦਵਾਰਾਂ ਦੀ ਕਿਸਮਤ ਦਾ ਵਿਆਹ ਵਾਲਾ ਮਾਹੌਲ ਨਹੀਂ ਲੱਗਿਆ ਮੇਰੇ ਵਾਲੇ ਪਾਸੇ। ਹਾਂ ਆਬਵੀਅਸਲੀ ਹਰਿਆਣੇ ਵਿੱਚ ਹਾਂ ਜੀ ਬਿਲਕੁਲ ਜੀ, ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਜਿਹੜਾ ਮਾਹੌਲ ਹੁੰਦਾ ਆ ਤੇ 1304 ਬਕਸਿਆਂ ਦੇ ਵਿੱਚ ਜਿਹੜਾ ਆ ਉਹ ਜਿਹੜਾ ਉਮੀਦਵਾਰਾਂ ਦੀ ਜਿਹੜੀ ਆ ਫੈਸਲਾ ਜਿਹੜਾ ਆ ਉਮੀਦਵਾਰਾਂ ਦਾ ਜਿਹੜਾ ਆ ਹੱਕ ਦੇ ਵਿੱਚ ਜਾਂ ਉਮੀਦਵਾਰਾਂ ਦੀ ਅਸੀਂ ਜਿੱਤ ਕਹਿ ਸਕਦੇ ਆ, ਉਹ ਬਕਸਿਆਂ ਦੇ ਵਿੱਚ ਬੰਦ ਹੈ। ਤੇ ਉਹ ਜਦੋਂ ਹੁਣ 10 ਮਾਰਚ ਨੂੰ ਖੁੱਲਣਗੇ ਤਾਂ ਉਦੋਂ ਜਿਹੜਾ ਆ ਉਹ ਮਾਹੌਲ ਜਿਹੜਾ ਆ ਅਲੱਗ ਹੋਊਗਾ, ਖੁਸ਼ੀ ਦੇ ਹੋਣਗੇ, ਕਈਆਂ ਨੂੰ ਨਿਰਾਸ਼ਾ ਵੀ ਮਿਲੂਗੀ, ਕਈਆਂ ਦੇ ਜਿਹੜਾ ਆ ਉਹ ਢੋਲ ਵੱਜਣਗੇ, ਗਲਾਂ 'ਚ ਹਾਰ ਪੈਣਗੇ ਤੇ ਇਸ ਤਰ੍ਹਾਂ ਦਾ ਜਿਹੜਾ ਆ ਉਹ ਮਾਹੌਲ ਦੇਖਿਆ ਜਾ ਸਕਦਾ ਆ। ਤੇ ਅਸੀਂ ਜਿਹੜੀ ਮੈਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਚਾਹ ਰਿਹਾ ਸੀਗਾ ਤੇ ਇਸ ਸਮੇਂ ਜਿਹੜੀ ਆ ਸਰਕਾਰ ਕਿਹਦੀ ਬਣੇਗੀ, ਕਿਹਦੇ ਅੰਕੜੇ ਵੱਧ ਹੋਣਗੇ, ਜਿਹੜੇ ਨੇ ਨਿਊਜ਼ ਚੈਨਲ ਅਲੱਗ-ਅਲੱਗ ਜਿਹੜੇ ਨੇ ਉਹ ਆਪਣੇ ਜਿਹੜੇ ਆ ਦਾਅ ਪੇਚ ਲਗਾ ਰਹੇ ਨੇ, ਆਪਣੇ ਐਸਟੀਮੇਟ ਜਿਹੜੇ ਆ ਉਹ ਲਗਾ ਕੇ ਦਿਖਾ ਰਹੇ ਨੇ, ਜਾਂ ਇਹ ਕਹਿ ਸਕਦੇ ਆ ਕਿ ਜਿਨ੍ਹਾਂ ਦੀ VOTING ਜਾਂ ਜਿਨ੍ਹਾਂ ਦੇ ਹੱਕ 'ਚ ਜ਼ਿਆਦਾ ਲੋਕ ਬੋਲਦੇ ਨੇ ਉਹਨਾਂ ਦੇ ਆਧਾਰ ਤੇ ਵੀ ਜਿਹੜਾ ਆ ਉਹਦੇ ਵਿੱਚ ਜਿਹੜਾ ਆ ਇਹ ਕਹਿ ਰਹੇ ਨੇ ਕਿ ਕਾਂਗਰਸ ਪਹਿਲਾਂ ਜਾਏਗੀ, ਆਮ ਆਦਮੀ ਪਾਰਟੀ ਪਹਿਲਾਂ ਜਾਏਗੀ ਜਾਂ ਕਿਸਾਨਾਂ ਦੀ ਪਾਰਟੀ ਅੱਗੇ ਜਾਏਗੀ। ਇਹ ਸਿਰਫ ਜਿਹੜੇ ਨੇ ਅਨੁਮਾਨ ਨੇ, ਅੰਕੜੇ ਨੇ, ਇੱਕ ਇਮੈਜੀਨੇਸ਼ਨ ਹੈ, ਇਹ ਸਿਰਫ ਅਸੀਂ ਇਮੈਜਿਨ ਕਰ ਸਕਦੇ ਹਾਂ। ਬਟ ਜਿਹੜਾ ਆ 10 ਮਾਰਚ ਨੂੰ ਅਸਲੀ ਜਿਹੜੇ ਆ ਰਿਜ਼ਲਟ ਆਉਣਗੇ ਤੇ ਉਹ ਜਿਹੜੇ ਰਿਜ਼ਲਟ ਨੇ ਤੇ ਉਹ ਜਿਹੜਾ ਆ ਉਹੀ ਪੰਜਾਬ ਦੇ ਵਿੱਚ ਜਿਹੜੇ ਨੇ ਜਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਵੋਟਾਂ ਹੋਈਆਂ ਨੇ ਉਹ ਜਿਹੜੇ ਨੇ ਅਲੱਗ ਤੋਂ ਜਿਹੜਾ ਆ ਸਾਡੇ ਵਿੱਚ ਸਸਪੈਂਸ ਜਿਹੜਾ ਆ ਉਹ ਪੈਦਾ ਕਰਕੇ। ਮੈਕਸਿਮਮ ਕੀ ਹੁੰਦਾ ਕਿ ਦੋ ਪਾਰਟੀਆਂ ਪੇਚ ਫਸਾ ਕੇ ਬੈਠੀ ਹੁੰਦੀ, ਤੀਜੀ ਪਾਰਟੀ ਨਿਕਲ ਜਾਂਦੀ ਹੈ। ਹਾਂ ਜੀ ਬਿਲਕੁਲ ਜੀ ਬਿਲਕੁਲ। ਤੇ ਇਸੇ ਤਰ੍ਹਾਂ ਦੇ ਜਿਹੜਾ ਆ ਮਾਹੌਲ ਇਸ ਪੰਜਾਬ ਦੇ ਵਿੱਚ ਜਿਹੜਾ ਆ ਉਹ ਬਣਿਆ ਹੋਇਆ ਸੀਗਾ ਤੇ ਇਹ ਤਾਂ ਹੁਣ 10 ਮਾਰਚ ਨੂੰ ਪਤਾ ਲੱਗੇਗਾ। ਪਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ 'ਚ ਚਾਹੇ ਮੋਗਾ, ਗੁਰਦਾਸਪੁਰ, ਲੁਧਿਆਣਾ, ਪੰਜਾਬ ਦੇ ਵਿੱਚ ਜਿਹੜਾ ਫਤਿਹਗੜ੍ਹ ਸਾਹਿਬ ਤੇ ਮੋਹਾਲੀ ਕਹਿ ਲਈਏ, ਤੇ ਇਹਦੇ ਵਿੱਚ ਰੂਹੀ ਜੀ ਜਿਹੜਾ ਆ ਦੇਖਣ ਨੂੰ ਇਹ ਮਿਲਿਆ ਕਿ 55% ਤੋਂ ਲੈ ਕੇ 70% ਤੱਕ ਜਿਹੜੀ ਆ ਉਹ VOTING ਹੋਈ ਆ, ਕੋਈ ਜ਼ਿਆਦਾ VOTING ਨਹੀਂ ਹੋਈ। ਮੋਹਾਲੀ 'ਚ ਬਹੁਤ ਘੱਟ ਹੋਈ ਹੈ। ਹਾਂ ਜੀ ਬਿਲਕੁਲ ਬਹੁਤ ਘੱਟ ਹੋਈ ਹੈ। ਤੇ ਸਭ ਤੋਂ ਜਿਹੜਾ ਆ ਮਾਨਸਾ ਦੇ ਵਿੱਚ ਜਿਹੜੀ ਆ ਇੱਧਰ ਬਰਨਾਲਾ ਦੇ ਵਿੱਚ ਜਿਹੜੀ ਆ ਉਹੀ 70% ਹੋਈ ਹੈ। ਬਾਕੀਆਂ ਦੇ ਵਿੱਚ ਜਾਂ ਕਿਸੇ 'ਚ 53% ਹੋਈ ਆ, ਕਿਸੇ 'ਚ 67% ਹੋਈ ਆ, 59% ਹੋਈ ਆ, 68% ਹੋਈ ਆ, 60% ਹੋਈ ਆ। ਇਸੇ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਆ ਉਹ VOTING ਜਿਹੜੀ ਹੋਈ ਆ। ਜਾਂ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਆ ਕੈਲਕੂਲੇਸ਼ਨ ਇਹ ਥੋੜੀ ਬਹੁਤੀ ਇਹਦੇ ਵਿੱਚ ਗਿਰਾਵਟ ਵੀ ਹੋ ਸਕਦੀ ਆ, ਜਾਂ ਕੁਝ ਲੋਕ ਜਿਹੜੇ ਆ ਇੰਟਰਸਟ ਨਹੀਂ ਲੈਂਦੇ ਹੋਣਗੇ ਜਾਂ ਕੁਝ ਕਹਿੰਦੇ ਹੋਣਗੇ ਕਿ ਅਸੀਂ ਜਿਹੜਾ ਆ ਅਸੀਂ ਵੋਟ ਹੀ ਨਹੀਂ ਪਾਣੀ ਕਿਉਂਕਿ ਸਾਡੇ ਮੁਤਾਬਿਕ ਦੀ ਜਿਹੜੀ ਕੋਈ ਵੀ ਪਾਰਟੀ ਨਹੀਂ ਹੈ। ਰਿਵਾਇਤੀ ਪਾਰਟੀਆਂ ਨੂੰ ਜਿਹੜਾ ਆ ਵਰਤ ਕੇ ਦੇਖ ਲਿਆ ਸੀ। ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਕਾਫੀ ਰੁਝਾਨ ਸੀਗਾ। ਤੇ ਤੀਸਰੀ ਜਿਹੜਾ ਆ ਕਿ ਜਿਹੜਾ ਆ ਨਵੀਂ ਪਾਰਟੀ ਜਿਹੜੀ ਆ ਕਿਸਾਨਾਂ ਦੀ ਪਾਰਟੀ ਆ SSM, ਉਹ ਉਸ ਪਾਰਟੀ 'ਚ ਵੀ ਜਿਹੜਾ ਆ ਕਾਫੀ ਜਿਹੜਾ ਆ ਲੋਕਾਂ 'ਚ ਜਾਂ ਰੁਝਾਨ ਕਹਿ ਸਕਦੇ ਆਪਾਂ। ਤੇ ਸਭ ਤੋਂ ਵੱਡਾ ਜਿਹੜਾ ਆ ਇੱਕ ਹੌਟ ਸੀਟ ਬਣੀ ਹੋਈ ਸੀਗੀ ਪੰਜਾਬ ਦੇ ਵਿੱਚ ਪਹਿਲਾਂ ਜਿਹੜੀ ਆ 15 ਫਰਵਰੀ ਤੋਂ ਲੈ ਕੇ ਆਪਾਂ 20 ਫਰਵਰੀ ਤੱਕ ਜਾਂ 17 ਫਰਵਰੀ ਤੱਕ ਦੀ ਗੱਲ ਕਰੀਏ ਤੇ ਉਹ ਹੌਟ ਸੀਟ ਬਣੀ ਹੋਈ ਸੀਗੀ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ। ਫਤਿਹਗੜ੍ਹ ਸਾਹਿਬ ਦੇ ਵਿੱਚ ਕਿਉਂਕਿ ਮਾਫ ਕਰਨਾ ਬਸੀ ਪਠਾਣਾ ਦੀ, ਜਿੱਥੇ ਸਾਡੇ ਜਿਹੜੇ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਖੜੇ ਸੀਗੇ ਤੇ ਉਹਨਾਂ ਦਾ ਜਿਹੜਾ ਆ ਆਜ਼ਾਦ ਖੜੇ ਸੀਗੇ ਤੇ ਉਹਨਾਂ ਦੇ ਵੱਲ ਜਿਹੜੀ ਆ ਕਾਫੀ ਬਹੁਮਤ ਸੀਗੀ ਤੇ ਹੌਟ ਸੀਟ ਬਣੀ ਸੀ। ਤੇ ਹੁਣ ਜੇ ਅਸੀਂ ਗੱਲ ਕਰੀਏ ਉਹੀ ਜਿਹੜੀ ਆ ਹੌਟ ਸੀਟ ਉਹ ਅਮਰਗੜ੍ਹ ਤੋਂ ਬਣੀ ਹੋਈ ਹੈ ਕਿਉਂਕਿ ਦੀਪ ਸਿੱਧੂ ਦੀ ਜਿਹੜੀ ਡੈਥ ਤੋਂ ਬਾਅਦ ਜਿਹੜਾ ਆ ਯੂਥ ਜਿਹੜਾ ਆ ਦੀਪ ਸਿੱਧੂ ਦੇ ਨਾਲ ਚੱਲ ਰਿਹਾ ਆ ਤੇ ਦੀਪ ਸਿੱਧੂ ਦੇ ਹੱਕ ਦੇ ਵਿੱਚ ਜਿਹੜਾ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਇਹਨੇ ਅੰਮ੍ਰਿਤਸਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜੇ ਨੇ ਉਮੀਦਵਾਰ ਅਮਰਗੜ੍ਹ ਤੋਂ ਖੜੇ ਨੇ, ਉਹਨਾਂ ਨੇ ਪੰਜਾਬ ਦੇ ਵਿੱਚ ਕਾਫੀ ਜਿਹੜੇ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰ ਜਿਹੜੇ ਖੜਾਏ ਨੇ ਤੇ ਦੀਪ ਸਿੱਧੂ ਇਸ ਪਾਰਟੀ ਨੂੰ ਜਿਹੜਾ ਆ ਉਹ ਸਪੋਰਟ ਕਰਦੇ ਸੀਗੇ। ਤੇ ਕਿਤੇ ਨਾ ਕਿਤੇ ਜਿਹੜੇ ਆ ਪੰਜਾਬ ਦਾ ਯੂਥ ਦੀਪ ਸਿੱਧੂ ਕਰਕੇ ਜਿਹੜਾ ਆ ਇਸ ਪਾਰਟੀ ਨੂੰ ਜਿਹੜਾ ਆ
ਉਹ ਸਪੋਰਟ ਕਰਦੇ ਨੇ। ਤੇ ਇਹ ਜਿਹੜੀ ਹੌਟ ਜਿਹੜੀ ਆ ਹੀਟ ਸੀਟ ਜਿਹੜੀ ਬਸੀ ਪਠਾਣਾ ਤੋਂ ਹੁਣ ਜਿਹੜੀ ਆ ਉਹ ਅਮਰਗੜ੍ਹ ਦੀ ਬਣ ਗਈ ਆ। ਇਹ ਤਾਂ ਹੁਣ ਜਿਹੜਾ 10 ਮਾਰਚ ਨੂੰ ਪਤਾ ਲੱਗੇਗਾ ਕਿ ਉੱਥੇ ਦੇ ਜਿਹੜੇ ਨੇ ਉਹ ਕੀ ਖੁਲਾਸੇ ਹੁੰਦੇ ਨੇ ਜਾਂ ਕੀ ਜਿਹੜੇ ਨੇ ਉਹ ਰਿਜ਼ਲਟ ਨਿਕਲਦੇ ਨੇ ਜੀ। ਤੇ ਹੁਣ ਵਾਦਿਆ ਅਖਬਾਰ ਹਾਜ਼ਰ ਵੱਲ ਪਹਿਲੀ ਖਬਰ ਹੈ ਕਿ ਪੰਜਾਬ ਮਾਮਲੇ ਦੇ ਇੰਚਾਰਜ ਹਰੀਸ਼ ਚੌਧਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਾਰਟੀ ਦੇ ਹੋਰ ਉਮੀਦਵਾਰਾਂ ਨਾਲ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੇ ਸੰਬੰਧ ਵਿੱਚ ਸਮੂਹ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਟਵੀਟ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਕਿ 10 ਮਾਰਚ ਨੂੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਵੱਡੀ ਸਰਕਾਰ ਬਣੇਗੀ। ਜੀ। ਰੱਖਿਆ ਮੰਤਰੀ ਤੇ ਭਾਜਪਾ ਨੇਤਾ ਰਾਜਨਾਥ ਸਿੰਘ ਨੇ ਲਖਨਊ ਦੇ ਇੱਕ ਪੋਲਿੰਗ ਬੂਥ ਤੇ ਆਪਣੀ ਵੋਟ ਪਾਈ। ਇਸ ਮੌਕੇ ਤੇ ਉਹਨਾਂ ਦਾ ਕਹਿਣਾ ਸੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਜਿੰਨੀਆਂ ਸੀਟਾਂ ਸਾਨੂੰ ਮਿਲੀਆਂ ਸਨ, ਹੁਣ ਵੀ ਅਸੀਂ ਉਹਨਾਂ ਸੀਟਾਂ ਤੇ ਜਿਹੜਾ ਆ ਜਿੱਤ ਹਾਸਲ ਕਰਾਂਗੇ। ਜੇਕਰ ਅੱਜ ਉੱਤਰ ਪ੍ਰਦੇਸ਼ ਵਿੱਚ ਚੌਥੇ ਪੜਾਅ ਵਿੱਚ ਜਿਹੜੀ VOTING ਹੋ ਰਹੀ ਹੈ। ਜੀ। ਤੀਜੀ ਖਬਰ ਹੈ ਕਿ ਸ਼੍ਰੀਨਗਰ ਹਵਾਈ ਅੱਡੇ ਤੇ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਰਨਵੇ ਤੇ ਐਪਰਨ ਤੇ ਬਰਫ਼ ਸਾਫ਼ ਕਰਨ ਦੇ ਕੰਮ ਲਗਾਤਾਰ ਜਾਰੀ ਹਨ। ਹਾਲਾਂਕਿ ਦਿੱਖ ਸਿਰਫ 400 ਹੈ। ਸਾਰੀਆਂ 에ਅਰਲਾਈਨਾਂ ਦੀਆਂ ਸਾਰੀਆਂ ਉਡਾਨਾਂ ਦੇਰੀ ਨਾਲ ਚੱਲ ਰਹੀਆਂ ਨੇ। ਸ਼੍ਰੀਨਗਰ ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਉਡਾਨਾਂ ਦੀ ਸਥਿਤੀ ਨੂੰ ਲਗਾਤਾਰ ਅਪਡੇਟ ਕਰ ਰਹੇ ਹਾਂ। ਜੀ। NPC ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਮੁੰਬਈ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਪਹੁੰਚੇ। ਉਹਨਾਂ ਨੇ ਅੰਡਰਵਰਲਡ ਨਾਲ ਕਥਿਤ ਸੰਬੰਧਾਂ ਵਾਲੀ ਜਾਇਦਾਦ ਦੇ ਮਾਮਲੇ ਵਿੱਚ ED ਨੇ ਜਿਹੜਾ ਆ ਸੰਮਣ ਭੇਜਿਆ ਸੀ ਤੇ ਉਹਨਾਂ ਤੋਂ ਜਿਹੜੀ ਆ ਪੁੱਛਗਿੱਛ ਜਾਰੀ ਹੈ। ਜੀ। ਮੁੰਬਈ ਦੀ ਵਿਸ਼ੇਸ਼ NDPS ਅਦਾਲਤ ਨੇ ਅਭਿਨੇਤਾ ਅਰਮਾਨ ਕੋਹਲੀ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਆਪਣੇ ਬਿਮਾਰ ਮਾਪਿਆਂ ਨੂੰ ਮਿਲਣ ਲਈ 14 ਦਿਨਾਂ ਦੀ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਉਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਮੁੰਬਈ ਦੀ ਵਿਸ਼ੇਸ਼ NDPS ਅਦਾਲਤ ਨੇ ਅਭਿਨੇਤਾ ਅਰਮਾਨ ਕੋਹਲੀ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਆਪਣੇ ਬਿਮਾਰ ਮਾਪਿਆਂ ਨੂੰ ਮਿਲਣ ਲਈ 14 ਦਿਨ ਦੀ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਉਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਤੁਸੀਂ ਇਸ ਬਾਰੇ ਵੈਸੇ ਖਬਰ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨੂੰ ਤਾਂ ਮਤਲਬ ਨਹੀਂ ਦਿੱਤੀ 14 ਦਿਨਾਂ ਦੇ ਵਾਸਤੇ ਬਾਹਰ ਆਉਣ ਦੀ, ਪਰ ਜੋ ਰਾਮ ਰਹੀਮ ਨੇ ਜੋ ਉਹਨਾਂ ਦੀ ਅਸੀਂ ਗੱਲ ਕਰੀਏ ਉਹਨਾਂ ਨੂੰ ਬਹੁਤ ਛੇਤੀ ਫੜ ਲਓ ਮਿਲ ਗਈ। ਹੋ ਸਕਦਾ ਜੀ ਇਹ ਜਿਹੜਾ ਸਿਆਸੀ ਪਾਰਟੀਆਂ ਦਾ ਦਬਾਅ ਵੀ ਹੋ ਸਕਦਾ ਆ। ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਨੇ ਬਲਾਤਕਾਰ ਦੇ ਕੇਸ ਦੇ ਵਿੱਚ ਜਿਹੜਾ ਆ ਰਾਮ ਰਹੀਮ ਜਿਹੜੇ ਨੇ ਡੇਰਾ ਸੱਚਾ ਸੌਦਾ ਜਿਹੜਾ ਆ ਉਹ ਫਸੇ ਹੋਏ ਸੀਗੇ ਤੇ ਉਹਨਾਂ ਨੂੰ ਪੈਰੋਲ ਦੇਣ ਦਾ ਕਾਰਨ ਉਹ ਸਾਫ਼-ਸਾਫ਼ ਦਿਖਦਾ ਆ। ਤੇ ਜਿਹੜਾ ਆ ਮਨੋਹਰ ਸਿੰਘ ਖੱਟਰ ਨੇ ਕਿਹਾ ਕਿ ਸਭ ਦੀ ਜਿਹੜੀ ਆ ਕਾਨੂੰਨੀ ਹੱਕ ਹੈ ਕਿ ਹਰੇਕ ਨੂੰ ਜਿਹੜੀ ਆ ਫਰਲੋ ਮਿਲਣੀ ਚਾਹੀਦੀ ਆ। ਤੇ ਅਸੀਂ ਗੱਲ ਕਰੀਏ ਰੂਹੀ ਜੀ ਤਾਂ ਫਿਰ ਪੰਜਾਬ ਦੇ ਜਿਹੜੇ ਨੇ ਜਾਂ ਸਿੱਖ ਜਿਹੜੇ ਨੇ ਕੈਦੀ ਨੇ ਜਾਂ ਸਿੱਖ ਜਿਹੜੀ ਨੇ ਇਦਾਂ ਦੀਆਂ ਹਸਤੀਆਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਬਾਰੇ ਜਿਹੜੀ ਆ ਉਹ ਕੋਈ ਗੱਲ ਨਹੀਂ ਕੀਤੀ। ਤਾਂ ਮੈਂ ਤਾਂ ਇੱਥੇ ਇੱਕ ਗੱਲ ਇਹੀ ਕਹਿਣਾ ਚਾਹਾਂਗਾ ਰੂਹੀ ਜੀ, ਜਿਸ ਦੀ ਲਾਠੀ ਉਸ ਦੀ ਮੈਂਸ। ਜੇ ਤੁਹਾਡੇ ਕੋਲ ਅੱਜ ਲਾਠੀ ਹੈ, ਤੁਹਾਡੇ ਕੋਲ ਡਾਂਗ ਹੈ ਤਾਂ ਤੁਸੀਂ ਮੱਝ ਦੇ ਹੱਕਦਾਰ ਹੋ। ਤੇ ਮੇਰੇ ਜਿਹੜੀ ਆ ਗੱਲ ਕਹਿਣ ਦਾ ਜਿਹੜਾ ਅਰਥ ਉਹ ਸਪਸ਼ਟ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇੱਥੇ ਵਿਚਾਰਨ ਦੀ ਲੋੜ ਹੋਵੇ। ਤੇ ਇਸੇ ਕਰਕੇ ਜਿਹੜਾ ਆ ਇਹ ਸਿਸਟਮ ਜਿਹੜਾ ਆ ਕਾਫੀ ਬਦਲ ਗਿਆ ਤੇ ਇਹਦੇ ਵਿੱਚ ਨਿਘਾਰ ਆ ਗਿਆ। ਇਸ ਨੂੰ ਬਦਲਣ ਦੀ ਲੋੜ ਹੈ ਤੇ ਹੋ ਸਕਦਾ ਆ ਕਿ ਜਿਹੜਾ ਆ ਹੁਣ ਜਿਹੜੇ ਆ ਪੰਜਾਬ ਦੀ ਜਨਤਾ ਨੇ ਵੋਟਾਂ ਪਾ ਕੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਮਤਲਬ ਇੱਕ ਚੰਗੇ ਸਮਾਜ ਦੇ ਲਈ ਜਿਹੜੀ ਆ VOTING ਕੀਤੀ ਹੋਵੇ। ਇਹ ਤਾਂ ਹੁਣ ਜਿਹੜਾ ਆ 10 ਮਾਰਚ ਨੂੰ ਜਿਹੜਾ ਪਤਾ ਲੱਗੂਗਾ। ਪਰ ਜਿਹੜਾ ਆ ਗੁਰਮੀਤ ਰਾਮ ਰਹੀਮ ਦੀ ਜਿਹੜੀ ਫਰਲੋ ਦੇ ਪਿੱਛੇ ਸੱਚ ਜਿਹੜਾ ਆ ਉਹ ਸਾਰਿਆਂ ਨੂੰ ਜੱਗ ਜ਼ਾਹਰ ਹੈ, ਉਹ ਦੱਸਣ ਦੀ ਜਿਹੜੀ ਆ ਉਹ ਲੋੜ ਨਹੀਂ ਹੈ। ਜੀ। ਤੇ ਅਗਲੀ ਖਬਰ ਹੈ ਕਿ ਚੰਡੀਗੜ੍ਹ ਦੇ ਬਿਜਲੀ ਵਿਭਾਗ ਵਿੱਚ ਮੁਲਾਜ਼ਮਾਂ ਦੀ ਯੂਨੀਅਨ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਠੱਪ ਹੋਣ ਦੇ ਮਾਮਲੇ ਸਾਹਮਣੇ ਆਏ। ਇਸ ਨੇ ਦੂਰਸੰਚਾਰ ਟਾਵਰਾਂ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਮੋਬਾਈਲ ਨੈਟਵਰਕ ਕਨੈਕਟੀਵਿਟੀ ਵਿੱਚ ਵਿਘਨ ਪੈ ਗਿਆ। ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਕਿ ਪਿਛਲੇ 7 ਸਾਲਾਂ ਵਿੱਚ ਅਸੀਂ ਹਰ ਨਾਗਰਿਕ ਤੇ ਹਰ ਖੇਤਰ ਦੀ ਸਮੱਸਿਆ ਜਿਹੜੀ ਆ ਨੂੰ ਸਮਰੱਥਾ ਨੂੰ ਵਧਾਉਣ ਲਈ ਜਿਹੜਾ ਆ ਲਗਾਤਾਰ ਯਤਨ ਕਰ ਰਹੇ ਹਾਂ। ਪਿੰਡਾਂ ਤੇ ਗਰੀਬਾਂ ਨੂੰ ਪੱਕੇ ਘਰ, ਪਖਾਨਿਆਂ ਤੇ ਗੈਸ, ਬਿਜਲੀ, ਪਾਣੀ ਤੇ ਸੜਕ ਨਾਲ ਜਿਹੜਾ ਜੋੜਨ ਦਾ ਜਿਹੜਾ ਆ ਸਾਡਾ ਮੂਲ ਉਦੇਸ਼ ਰਿਹਾ। ਜੀ। ਅਗਲੀ ਖਬਰ ਹੈ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬੀਤੀ ਰਾਤ ਸਰਹੱਦੀ ਚੌਕੀ ਬੈਰੀਅਰ ਨੇੜਿਓਂ ਭਾਰਤੀ ਸਰਹੱਦ 'ਚ ਦਾਖਲ ਹੋਏ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ, ਜਿਸ ਦੀ ਪਛਾਣ ਮੁਹੰਮਦ ਇਰਫਾਨ ਪੁੱਤਰ ਮੁਹੰਮਦ ਸ਼ਰੀਫ ਵਾਸੀ ਸਾਹੀਵਾਲ ਪਾਕਿਸਤਾਨ ਵਜੋਂ ਦੱਸੀ ਗਈ ਹੈ। ਜੀ। ਜਿਹੜਾ ਦਿੱਗਜ ਮਲਿਆਲਮ ਅਦਾਕਾਰ ਕੇ ਜਿਹੜਾ ਆ PAC ਲਲਿਤਾ ਦਾ ਦੇਹਾਂਤ ਹੋ ਗਿਆ। ਰਾਸ਼ਟਰੀ ਜੋ ਬਾਈਡਨ ਨੇ ਯੂਕਰੇਨ ਉੱਪਰ ਹਮਲੇ ਨੂੰ ਲੈ ਕੇ ਰੂਸ ਵਿਰੁੱਧ ਜਿਹੜੀਆਂ ਪਾਬੰਦੀਆਂ ਲਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਮਾਸਕੋ ਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਪਵੇਗੀ। ਬਾਈਡਨ ਨੇ ਕਿਹਾ ਕਿ ਜੇਕਰ ਯੂਕਰੇਨ ਤੇ ਆਪਣੀ
ਹਮਲਾਵਰ ਕਾਰਵਾਈ ਜਾਰੀ ਰੱਖਦਾ ਹੈ ਤਾਂ ਉਸ ਨੂੰ ਇਸ ਦਾ ਜਿਹੜਾ ਖਾਮਿਆਜਾ ਭੁਗਤਣਾ ਪਏਗਾ। ਉਹਨਾਂ ਨੇ ਰੂਸ ਦੀਆਂ 2 ਵੱਡੀਆਂ ਵਿੱਤੀ ਸੰਸਥਾਵਾਂ ਉੱਪਰ ਮੁਕੱਲਮ ਪਾਬੰਦੀ ਲਾਉਣ ਦਾ ਜਿਹੜਾ ਆ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਸੁਤੰਤਰ ਕਰਜ਼ਾ ਜਿਹੜਾ ਵਿਵਸਥਾ ਵੀ ਠੱਪ ਕਰਨ ਦੀ ਜਿਹੜਾ ਆ ਉਹ ਐਲਾਨ ਕੀਤਾ ਹੈ। ਜੀ ਤੇ ਹੁਣ ਇਹ ਖਬਰ ਹੈ ਕਿ ਸਿੱਧੂ ਦੀ ਜਿੱਤ ਤੇ ਔਜਲਾ ਨੂੰ ਸ਼ੱਕ, ਬੋਲੇ ਸਿੱਧੂ ਦੇ ਰਵੱਈਏ ਤੋਂ ਬੇਹੱਦ ਨਾਰਾਜ਼ ਲੋਕ ਡੁੱਬ ਸਕਦੇ ਬੇੜੀ। ਜੀ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਦੀ ਸਭ ਤੋਂ ਹੌਟ ਸੀਟ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿੱਤ ਤੇ ਸ਼ੱਕ ਬਰਕਰਾਰ ਹੈ। ਹੁਣ ਕਾਂਗਰਸ ਜਿਹੜਾ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵੀ ਸਿੱਧੂ ਦੇ ਜਿੱਤ ਤੇ ਜਿਹੜਾ ਸਵਾਲ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਰਵੱਈਏ ਤੋਂ ਜਿੱਤ ਪ੍ਰਭਾਵਿਤ ਹੋ ਰਹੀ ਹੈ। ਔਜਲਾ ਨੇ ਕਿਹਾ ਕਿ ਸਿੱਧੂ ਦਾ ਜਿਹੜਾ ਬੋਲਣ ਦਾ ਤਰੀਕਾ ਤੇ ਉਸ ਦੇ ਹਲਕੇ 'ਚ ਲੋਕਾਂ ਲਈ ਉਸ ਦੀ ਦੂਰ ਪਹੁੰਚ ਉਹਨਾਂ ਦਾ ਕੋਈ ਫਾਇਦਾ ਜਿਹੜਾ ਆ ਨਹੀਂ ਕਰ ਸਕਦੀ ਤੇ ਜਿਹੜਾ ਪਾਰਟੀ ਦੇ ਕਈ ਵਰਕਰ ਦੇ ਜਿਹੜਾ ਆ ਉਸ ਤੋਂ ਰੁੱਖੇ ਵਿਵਹਾਰ ਤੋਂ ਵੀ ਨਿਰਾਸ਼ ਨੇ। ਇਹੀ ਕਾਰਨ ਹੋ ਸਕਦਾ ਕਿ ਸਾਰੇ ਵਰਕਰਾਂ ਨੇ ਜਿਹੜਾ ਆ ਅਪਮਾਨ ਮਹਿਸੂਸ ਕਰਦੇ ਹੋਏ ਜਿਹੜੀ ਆ ਉਹ ਪਾਰਟੀ ਛੱਡੀ ਹੋਏਗੀ। ਜੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਿਛਲੇ 5 ਸਾਲਾਂ ਦੌਰਾਨ ਕਦੇ ਵੀ ਲੋਕਾਂ ਨੂੰ ਮਿਲਣ ਨਹੀਂ ਗਏ। ਉਹਨਾਂ ਨੇ ਹੋਰਨਾਂ ਨੇਤਾਵਾਂ ਖਿਲਾਫ ਕਈ ਵਾਰ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ। ਇਸ ਕਾਰਨ ਪੰਜਾਬ ਦੇ ਲੋਕ ਉਸ ਤੋਂ ਬੇਹੱਦ ਨਾਰਾਜ਼ ਹਨ। ਸਿੱਧੂ ਦਾ ਇਹ ਰਵੱਈਆ ਉਹਨਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਔਜਲਾ ਦਾ ਕਹਿਣਾ ਹੈ ਕਿ ਸਿੱਧੂ ਨੂੰ ਲੈ ਕੇ ਲੋਕਾਂ 'ਚ ਕਾਫੀ ਨਾਰਾਜ਼ਗੀ ਹੈ। ਇੱਕ ਰਾਸ਼ਟਰੀ ਨੇਤਾ ਹੋਣ ਦੇ ਨਾਤੇ ਉਸਨੇ ਪਿਛਲੇ 5 ਸਾਲਾਂ ਵਿੱਚ ਆਪਣਾ ਬਹੁਤ ਘੱਟ ਸਮਾਂ ਲੋਕਾਂ ਨੂੰ ਦਿੱਤਾ। ਇੰਨਾ ਹੀ ਨਹੀਂ, ਲੋਕ ਉਹਨਾਂ ਦੇ ਬੋਲਣ ਦੇ ਤਰੀਕੇ ਨੂੰ ਵੀ ਪਸੰਦ ਨਹੀਂ ਕਰਦੇ ਸਨ। ਇਸ ਨਾਲ ਉਹਨਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਜੀ ਸੁਪਰੀਮ ਕੋਰਟ ਤੋਂ ਮਜੀਠੀਆ ਨੂੰ ਮਿਲੀ ਵੱਡੀ ਰਾਹਤ। ਅਕਾਲੀ ਆਗੂ ਅੱਜ ਨਹੀਂ ਕਰਨਗੇ ਆਤਮ ਸਮਰਪਣ। ਡਰੱਗਸ ਮਾਮਲੇ ਵਿੱਚ ਫਸੇ ਦਿਗਜ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਉਹ ਅੱਜ ਮੁਹਾਲੀ ਦੀ ਟ੍ਰਾਇਲ ਕੋਰਟ ਦੇ ਅੱਗੇ ਆਤਮ ਸਮਰਪਣ ਨਹੀਂ ਕਰਨਗੇ। ਦਰਅਸਲ ਹੁਣ ਉਹ 1 ਜਾਂ 2 ਦਿਨ ਬਾਅਦ ਅਦਾਲਤ ਸਾਹਮਣੇ ਆਤਮ ਸਮਰਪਣ ਕਰਨਗੇ। ਇਸ ਤੋਂ ਬਾਅਦ ਉਹ ਰੈਗੂਲਰ ਜ਼ਮਾਨਤ ਲਈ ਪੇਸ਼ਕਾਰੀ ਜਿਹੜੀ ਉਹ ਕਰ ਸਕਦੇ ਨੇ। ਮਜੀਠੀਆ ਇੰਟਰਨੈਸ਼ਨਲ ਜਿਹੜਾ ਆ ਡਰੱਗਸ ਤਸਕਰਾਂ ਨਾਲ ਜਿਹੜਾ ਸੰਗਠਿਤ ਜਿਹੜਾ ਲੇਖਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਮੈਂ ਸਿੰਧੂ ਦਾਦਰ ਬੋਲਦਾ ਜੀ। ਫੋਟੋ ਜਿਹੜੇ ਇਲੈਕਸ਼ਨ ਹੋ ਗਈਆਂ ਹੈਗੀਆਂ, ਹਾਂਜੀ, ਉਹ ਸੱਕੇ ਮਾਮਲੇ ਫੱਕੇ ਖਾ ਰਹੇ ਆ ਤੇ ਆਮ ਬੰਦਾ ਜਿਹੜਾ ਗਰੀਬ ਤੋਂ ਗਰੀਬ ਹੈ, ਜਿਹੜੇ ਸਾਈਕਲ ਆ ਗਏ ਨਾ ਵਾਪਸ, ਪਹਿਲਾਂ ਪੈਦਲ ਜਾਂਦੇ ਸੀ ਨੰਗੇ ਪੈਰੀ ਜੋ, ਉਹ ਗੱਡੇ ਵਾਲਾ ਦੇ ਕੋਲ ਲਿਫਟ ਦੇ ਦੇ ਤੇ ਚੰਗਾ ਹੁੰਦਾ ਸੀ। ਫਿਰ ਸਾਈਕਲ ਆ ਕੇ ਮੋਟਰ ਬਾਈਕ ਆਏ, ਹੁਣ ਕਾਲਾ, ਉਹ ਸਭ ਵਾਪਸ ਲੈ ਕੇ ਜਾ ਰਹੇ ਨੌਰਮਲ ਚੀਜ਼। ਇਸ ਕਰਕੇ ਵੀ ਇਹ ਹੁੰਦਾ, ਜੋ ਤੂਫਾਨ ਆ ਗਿਆ, ਫਲੱਡ ਆ ਗਿਆ, ਨੋ ਵਾਟਰ, ਨੋ ਇਲੈਕਟ੍ਰਿਕ, ਨੋ ਗੈਸ, ਇਹ ਸਾਰੇ ਭੁੱਖੇ ਮਾਰੇ ਬੈਂਕ ਤੋਂ ਬੰਦ ਕਰ ਦੇਣਗੇ। ਉਹਦੇ ਨਾਲ ਉਹਨਾਂ ਨੂੰ ਫਾਇਦਾ, ਜਿਹੜਾ ਗਰੀਬ ਨੇ ਮਾਰ ਖਾਣੀ ਹੈ, ਜਿਹਨੂੰ ਪੈਸੇ ਪਏ ਉਹ ਵੀ ਬੰਦ ਹੋ ਜਾਣੇ ਆ। ਬਿਲਕੁਲ ਜੀ। ਸੋ ਇਸੇ ਹਾਦਸੇ ਫॉर us, not for the high society। ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਉਹਨਾਂ ਨੂੰ ਬੰਦ ਕਰ ਦਿਓ। ਉਹ ਆਪ ਤਾਂ ਪੈਸੇ ਲਈ ਜਾਂਦੇ ਆ, ਦੇ ਫਲਾਈ ਅਰਾਊਂਡ ਦ ਵਰਲਡ, ਸਾਰੇ ਪਾਸੇ ਜਾ ਰਹੇ ਆ। ਇਹ ਸਾਡੇ ਇਫੈਕਟ ਜੇ ਟੈਕਸ ਕਰਦੇ ਨਾ, ਦੈਟਸ ਅ ਟੈਕਸ ਔਨ ਦ ਕਾਮਨ ਪਰਸਨ। ਉਹ ਕਿਹੜੀ ਕੰਪਨੀ ਪੈਸੇ ਬਣਾ ਰਹੀ ਆ, ਉਹਨਾਂ ਨੂੰ ਫਾਇਦਾ ਹੋ ਰਿਹਾ ਇਹਦਾ। ਇਹ ਹੋਰ ਕੁਝ ਨਹੀਂ ਹੈਗਾ। ਇੰਜੈਕਸ਼ਨ, ਇਨਫੈਕਸ਼ਨ, ਕਲੈਕਸ਼ਨ ਤੇ ਸਿਲੈਕਸ਼ਨ, ਇਹ ਸਿਲੈਕਸ਼ਨ ਹੋ ਰਹੀ ਹੈ। ਕੇਸ ਵਿੱਚ ਜੀਣਾ ਰੱਖਣਾ, ਕਿਹਨੂੰ ਸੀ ਮਾਰਨਾ, ਨੈਨ ਚੈਸ, ਉਹ ਸਭ ਦੇ ਨਾਮ ਆਏ ਆ ਸਿਸਟਮ ਦੇ ਵਿੱਚ। ਕਿਹੜਾ ਬੰਦਾ ਕੀ ਕਰਦਾ, ਕੀ ਹੈਗਾ, ਇਹ ਸਭ ਕੋਡ ਵਰਡ ਹੈਗੇ ਇਹਨਾਂ ਦੇ। ਬਿਲਕੁਲ ਜੀ, ਸੀਕ੍ਰੇਟ ਕੋਡ ਇਜ਼ ਓਪਨ ਐਂਡ ਮੈਂ ਇੱਕ ਟੈਬਲੇਟ ਦੇਣਗੇ, ਤੁਸੀਂ ਕਿਹੜੇ ਪਹੁੰਚਣਾ ਮਰਜ਼ੀ ਨੂੰ ਤੁਸੀਂ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਜਿਹੜਾ ਆ ਸਾਡੇ ਕਾਲਰ ਨੇ ਬਹੁਤ ਵਧੀਆ ਜਿਹੜੇ ਵਿਚਾਰ ਦਿੱਤੇ ਨੇ ਕਿ ਜਿਹੜਾ ਇਹਨਾਂ ਦੇ ਕੋਡ ਵਰਡ ਨੇ, ਇਹਨਾਂ ਨੂੰ ਸਮਝਣਾ ਪੈਣਾ ਵਾ ਤੇ ਇਹ ਜਿਹੜਾ ਆ ਇਹ ਹੁਣ ਜੱਗ ਜ਼ਾਹਰ ਵੀ ਹੋ ਰਹੇ ਨੇ। ਤੇ ਰੂਹੀ ਜੀ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਜਿਹੜਾ ਮਹਿੰਗਾਈ ਨੂੰ ਅਸੀਂ ਘੱਟ ਹੋਣ ਦੇ ਬਾਰੇ ਤਾਂ ਨਾ ਹੀ ਸੋਚੀਏ ਤੇ ਜਿਹੜਾ ਆ ਵਾਧੇ ਬਾਰੇ ਜ਼ਰੂਰ ਸੋਚੀਏ, ਕਿਉਂਕਿ ਇੱਕ ਪਾਸੋਂ ਘਟਦੀ ਦੂਜੇ ਪਾਸੋਂ ਵੱਧ ਜਾਂਦੀ ਹੈ ਕਿਸੇ ਨਾ ਕਿਸੇ। ਬਿਲਕੁਲ ਜੀ। ਤੇ ਅਸੀਂ ਗੱਲ ਕਰ ਰਹੇ ਸੀ ਮਜੀਠੀਆ ਮਾਮਲੇ ਵਿੱਚ, ਤੇ ਇਸ ਮਾਮਲੇ ਵਿੱਚ ਜਿਹੜਾ ਜ਼ਮਾਨਤ ਜਿਹੜੀ ਆ ਉਹਨਾਂ ਨੂੰ ਜਿਹੜੀ ਆ ਮਿਲਣ ਤੇ ਜਿਹੜਾ ਆ ਐਸਸੀ ਤੇ ਚੋਣ ਲੜਨ ਲਈ ਜਿਹੜਾ ਆ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਸੀ ਤੇ ਉਹਨਾਂ ਤੇ ਜਿਹੜਾ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਉਹ ਨਾ ਲੜ ਸਕਣ ਇਸੇ ਕਰਕੇ। ਤੇ ਰੂਹੀ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਅੱਜ ਜਿਹੜੀ ਆ 23 ਫਰਵਰੀ ਦੀ ਉਹਨਾਂ ਦੀ ਜਿਹੜੀ ਆ ਗ੍ਰਿਫਤਾਰੀ ਦੀ ਜਿਹੜੀ ਆ ਰੋਕ ਲਾਈ ਸੀਗੀ। ਲੀਜ਼ਾ ਗਿੱਲ ਨੇ ਜਿਹੜੀ ਆ ਪਟੀਸ਼ਨ ਤੇ ਜਿਹੜੇ ਆ ਉਹ FIR ਤੇ ਦਰਜ ਤੇ ਜਿਹੜੀ ਕਾਰਵਾਈ ਕਰਦੇ ਆ। ਤੇ ਇਹ ਤੁਹਾਨੂੰ ਕੀ ਲੱਗਦਾ ਸੀਗਾ, ਜਾਂ ਇਸ ਤੋਂ ਪਹਿਲਾਂ ਜਦੋਂ ਅਸੀਂ 15 ਤੋਂ 20 ਤਰੀਕ ਤੱਕ ਦੀ ਗੱਲ ਕਰੀਏ ਤਾਂ ਉਦੋਂ ਜਿਹੜਾ ਆ ਕਾਂਗਰਸ ਪਾਰਟੀ ਵੀ ਕਹਿੰਦੀ ਸੀ ਮਜੀਠੀਆ ਨੂੰ ਜਿਹੜਾ ਗ੍ਰਿਫਤਾਰ ਕਰਵਾ ਦਿੱਤਾ ਹੈ, ਅਸੀਂ ਨਸ਼ਿਆਂ ਨੂੰ ਜਿਹੜਾ ਆ ਠੱਲ ਪਾ ਲਈ ਹੈ। ਨਸ਼ਾ ਜਿਹੜਾ ਆ ਵਿਕਰਮ ਮਜੀਠੀਆ ਜਿਹੜਾ ਆ ਉਹ ਇਹਦੇ ਵਿੱਚ ਪੂਰਬੀ ਇਲਾਕੇ ਦੇ ਵਿੱਚ ਜਿਹੜਾ ਆ ਉਹ ਚਿੱਟੇ ਦਾ ਸੌਦਾਗਰ ਹੈ। ਤੇ ਇੱਕ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਬੇਟੀ ਦਾ ਵੀ ਬਿਆਨ ਆਇਆ ਸੀਗਾ ਕਿ ਸਿੱਧੂ ਜਿਹੜਾ ਆ ਵਿਕਰਮ ਮਜੀਠੀਆ ਦੇ ਜਿਹੜੇ ਆਲੇ ਦੁਆਲੇ ਦੁਕਾਨਾਂ ਨੇ, ਕਰਿਆਨਾ ਦੇ ਦੁਕਾਨਾਂ ਨੇ, ਉਹਨਾਂ ਦੇ ਵਿੱਚੋਂ ਜਿਹੜਾ 20 ਰੁਪਏ ਦਾ
ਚਿੱਟਾ ਮਿਲ ਜਾਂਦਾ ਜੀ। ਤੇ ਹੁਣ ਜੇ ਅਸੀਂ ਗੱਲ ਕਰੀਏ ਕਿ ਉਹਨਾਂ ਨੂੰ ਜਿਹੜਾ ਆ ਫੇਰ ਜ਼ਮਾਨਤ ਦੀ ਜਿਹੜੀ ਆ ਅਰਜ਼ੀ ਉਹਨਾਂ ਨੇ 2-3 ਦਿਨਾਂ ਤੱਕ ਜਿਹੜੀ ਆ ਉਹ ਲਾ ਦੇਣੀ ਆ, ਤੇ ਇਹ ਅਸੀਂ ਕੀ ਕਹਿ ਸਕਦੇ ਆ ਕਿ ਜਿਹੜਾ ਵੱਡਾ ਸਿਆਸੀ ਆ ਜਾਂ ਲੀਡਰ ਆ ਜਾਂ ਕੋਈ ਵੱਡਾ ਨੇਤਾ ਆ, ਜਾਂ ਅਸੀਂ ਇਹ ਕਹਿ ਸਕਦੇ ਆ ਕਿ ਉਹਨੂੰ ਜਿਹੜੇ ਕਾਨੂੰਨ ਉਹਨੂੰ ਚੰਗੀ ਤਰ੍ਹਾਂ ਹੱਥ ਕਿਉਂ ਨਹੀਂ ਪਾ ਸਕਦਾ ਜੀ। ਇਹ ਵੀ ਵੱਡਾ ਕਾਰਨ ਜਿਹੜਾ ਆ ਉਹ ਮੰਨਿਆ ਜਾ ਸਕਦਾ ਆ। ਇਸੇ ਤਰ੍ਹਾਂ ਜਿਹੜਾ ਆ ਨਸ਼ਿਆਂ ਦੇ ਲੱਕ ਨਹੀਂ ਟੁੱਟਣੇ, ਕਈ ਤਰ੍ਹਾਂ ਦੇ ਜਿਹੜੇ ਆ ਚਾਹੇ ਪੰਜਾਬ ਦਾ ਕੋਈ ਵੀ ਲੀਡਰ ਹੈ ਉਹ ਜਿੰਨਾ ਚਿਰ ਆਪਣੇ ਆਪ ਨੂੰ ਸੁਧਾਰਨਾ ਨਹੀਂ ਚਾਹੁੰਦਾ ਜਾਂ ਆਪਣੇ ਆਪ ਨੂੰ ਜਿਹੜਾ ਆ ਉਹ ਇੱਕ ਵਧੀਆ ਨੇਤਾ ਬਣ ਕੇ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਜਿਹੜਾ ਪੰਜਾਬ ਦਾ ਕੋਈ ਭਲਾ ਹੋਣ ਨਹੀਂ ਵਾਲਾ। ਤੇ ਮੈਂ ਨਾ ਇੱਕ ਗੱਲ ਸੋਚਦਾ ਸੀ ਰੂਹੀ ਜੀ, ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਅਸੀਂ ਇੱਦਾਂ ਦੀ ਜਿਹੜੀ ਆ ਸੋਚ ਬਣਾ ਲਈ ਹੈ ਕਿ ਸਾਡਾ ਬੱਚਾ ਜੇ ਕੋਈ 10ਵੀਂ ਪਾਸ ਹੈ ਜਾਂ 12ਵੀਂ ਪਾਸ ਹੈ, ਅਸੀਂ ਉਹਨੂੰ ਜਿਹੜਾ ਵਿਦੇਸ਼ ਭੇਜਣ ਦੀ ਸੋਚਦੇ ਹਾਂ, ਚਾਹੇ ਅਸੀਂ ਉਹ ਸਰਕਾਰੀ ਸਕੂਲ 'ਚ ਪੜ੍ਹਾਇਆ ਹੋਵੇ ਬੱਚਾ, ਤੇ ਚਾਹੇ ਅਸੀਂ ਜਿਹੜਾ ਕਨਵੈਂਟ ਸਕੂਲਾਂ 'ਚ ਅੰਗਰੇਜ਼ੀ ਸਕੂਲ 'ਚ। ਉਰੇ ਇਹ ਨਹੀਂ ਹੈ ਕਿ ਉਰੇ ਜਿਹੜੇ ਪੜ੍ਹੇ ਲਿਖਿਆਂ ਦੀ ਕਮੀ ਆ, ਸਾਡੇ ਵਿੱਚ ਉਰੇ ਇੱਕ ਸਹੀ ਸੋਚ ਵਾਲਿਆਂ ਦੀ ਕਮੀ ਆ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਪੜ੍ਹੇ ਲਿਖੇ ਵੀ ਨੇ, ਜਿਹੜੇ ਨੇ ਵਧੀਆ ਪੜ੍ਹੇ ਨੇ, ਜੇ ਅਸੀਂ ਦੀਪ ਸਿੱਧੂ ਵਰਗਿਆਂ ਦੀ ਗੱਲ ਕਰ ਲਈਏ, ਚਾਹੇ ਉਹ ਲਾਇਰ ਸੀਗੇ ਇੱਕ ਬਹੁਤ ਵੱਡੇ ਆ, ਤੇ ਉਹਨਾਂ ਦੇ ਨਾਲ ਜਿਹੜੇ ਲੋਕੀ ਜੁੜੇ ਨੇ ਹੁਣ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਸੋਚ ਹੈ +2 ਕਰੋ, ਉਸ ਤੋਂ ਬਾਅਦ ਵਿਦੇਸ਼ਾਂ 'ਚ ਜਾਓ ਤੇ ਪੈਸਾ ਕਮਾਓ। ਦੇਖੋ ਏਦਾਂ ਦੀ ਸੋਚ ਰੱਖਾਂਗੇ ਤਾਂ ਸ਼ਾਇਦ ਮੈਨੂੰ ਲੱਗਦਾ ਪੰਜਾਬ ਸਾਡਾ ਖਾਲੀ ਹੋ ਜਾਣਾ। ਦੂਸਰੇ ਪਾਸੇ ਦੂਜਾ ਪੁਆਇੰਟ ਜਿਹੜਾ ਆ ਉਹ ਚਿੱਟੇ ਦੇ ਨਾਲ ਹੈ। ਓਟ ਸੈਂਟਰਾਂ ਦੇ ਵਿੱਚ ਜਿਹੜੇ ਨੇ ਓਟ ਸੈਂਟਰ ਵਾਲੇ ਵੀ ਇਹ ਗੱਲ ਵੀ ਸੋਚਣੀ ਚਾਹੀਦੀ, ਬਾਹਰ ਜਾਣ ਦੇ ਚੱਕਰ 'ਚ ਕਿੰਨਾ ਆਪਣਾ ਪੈਸਾ ਵੇਸਟ ਕਰਦੇ ਨੇ, ਕਿੰਨਾ ਆਪਣਾ ਟਾਈਮ ਵੇਸਟ ਕਰ ਦਿੰਦੇ ਨੇ। ਬਿਲਕੁਲ ਜੀ ਬਿਲਕੁਲ। ਤੇ ਪੰਜਾਬ ਨੂੰ ਸੰਭਾਲੂਗਾ ਕੌਣ? ਵੱਡਾ ਸਵਾਲ ਇਹ ਵੀ ਹੈ, ਪੰਜਾਬ ਨੂੰ ਸੰਭਾਲੂਗਾ ਕੌਣ ਜੇ ਅਸੀਂ ਸਾਰੇ ਇਹੀ ਕਵਾਂਗੇ ਕਿ ਜਿਹੜਾ ਅਸੀਂ 12ਵੀਂ ਕਰਕੇ ਅਸੀਂ ਵਿਦੇਸ਼ ਦੇ ਵਿੱਚ ਚਲ ਜਾਣਾ, ਤੇ ਜੇ ਪੰਜਾਬ ਦੇ ਆਪਣੇ ਹੱਕਾਂ ਦੀ ਗੱਲ ਕੌਣ ਕਰੂਗਾ, ਆਪਣੇ ਜਿਹੜਾ ਰਾਈਟਸ ਹੈ ਉਹ ਕੌਣ ਦੱਸੂਗਾ? ਜੇ ਅਸੀਂ ਇਸੇ ਤਰ੍ਹਾਂ ਸੋਚੀ ਜਾਵਾਂਗੇ ਫਿਰ ਤਾਂ ਸਾਡੇ ਪੜ੍ਹਾਈ ਲਿਖਾਈ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ। ਜੇ ਅਸੀਂ ਬਾਹਰ ਜਾ ਕੇ ਲੋਕਾਂ ਦੀ ਸੋਚ ਇਸ ਕਰਕੇ ਜਾ ਰਹੀ ਕਿਉਂਕਿ ਪੋਲੀਟੀਸ਼ੀਅਨਸ ਪਤਾ ਹੀ ਹੈ ਇਧਰ ਕਿਦਾਂ ਦੇ ਨੇ। ਹਾਂ ਜੀ ਬਿਲਕੁਲ ਜੀ। ਅਸੀਂ ਦੇਖੋ ਅਸੀਂ ਚਿੱਕੜ ਨੂੰ ਸਾਫ਼ ਤਾਂ ਕਰਨਾ ਚਾਹੁੰਦੇ ਆ, ਪਰ ਚਿੱਕੜ 'ਚ ਉਤਰੂਗਾ ਕੌਣ? ਬਿਲਕੁਲ ਚਿੱਕੜ 'ਚ ਉਤਰੂਗਾ ਕੌਣ? ਇਹ ਵੀ ਜਿਹੜਾ ਆ ਕਾਫੀ ਸਵਾਲ ਹੈ। ਸਾਨੂੰ ਇਹ ਚਾਹੀਦਾ ਹੈ ਕਿ ਜੇ ਅਸੀਂ ਇੱਥੇ ਪੜ੍ਹਦੇ ਹਾਂ, ਚਾਹੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹੀਏ, ਜੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਆਪਣੇ ਲੀਡਰਾਂ ਨੂੰ ਹੁਣ ਸਵਾਲ ਕਰਦੇ ਨਾ, ਇਹਦੇ ਵਿੱਚ ਜਦੋਂ ਵੋਟਾਂ ਹੋਈਆਂ ਸੀ ਕਿ ਸਾਡੇ ਸਰਕਾਰੀ ਸਕੂਲ ਨਹੀਂ ਆ, ਕਈ ਪਿੰਡਾਂ ਦੀ ਗੱਲ ਅਸੀਂ ਗੱਲ ਕਰ ਲਈਏ ਤੇ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਸਕੂਲ ਨਹੀਂ ਸੀਗੇ, ਤੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਕਿ ਸਾਡੇ ਸਕੂਲ ਜਿਹੜੇ ਨੇ ਉਹ ਸਾਨੂੰ ਵਧੀਆ ਬਣਾ ਕੇ ਦਿੱਤੇ ਜਾਣ, ਪਰ ਕੋਈ ਨਹੀਂ ਕਰ ਰਿਹਾ। ਪਰ ਇਸੇ ਤਰ੍ਹਾਂ ਜਿਹੜਾ ਸਮਾਂ ਨਿਕਲਦਾ ਜਾ ਰਿਹਾ, ਤੇ ਰੂਹੀ ਜੀ ਤੁਹਾਨੂੰ ਦੱਸ ਦੇਵਾਂ ਸਾਡਾ ਵੀ ਜਿਹੜਾ ਸਮਾਂ ਨਿਕਲਦਾ ਜਾ ਰਿਹਾ, ਤੇ ਹੁਣ ਸਾਡਾ ਜਿਹੜਾ ਸਮਾਂ ਆ ਇਜਾਜ਼ਤ ਲੈਣ ਦਾ ਆ। ਰੂਹੀ ਗਰੋਵਰ ਤੇ ਗਗਨਦੀਪ ਸਿੰਘ ਅਨੰਦਪੁਰੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।